ताकि जे कोई मिस कीता गा उहनूं ही मिले, नहीं तो फिर आपां आराम नाल बह जांदे आ भी बाद चों। ओके नबू आ गई है। नबू भैन जी धन्नवाद तुहाडा। देख लिया सीगे बेटे लैक्चर जिन्होंने बच्चों ने नहीं लाई सी क्लास है ना, मैं कल दस्सिया सीगा भी EMF नूं आपां E0 sin ओमेगा T लिख सकते हैं। ਇਹਦੇ बारे ना बहुत ज़्यादा +1 ਦੇ ਵਿੱਚੋਂ ਮਿਹਨਤ ਕਰਨ ਦੀ ਲੋੜ ਸੀਗੀ। ਮੈਨੂੰ ਪਤਾ +1 ਦੇ ਵਿੱਚ ਆਪਾਂ ਇਹ ਚੈਪਟਰ ਨਹੀਂ ਕੀਤਾ ਹੋਣਾ ਕਿਉਂਕਿ y = a sin ओमेगा T ਇਹ ਅਸੀਂ +1 ਚ ਪੜ੍ਹਿਆ ਸੀਗਾ। ਮੈਂ ਹੁਣ ਇਹਦੇ ਵਿੱਚੋਂ ਤੁਹਾਨੂੰ ਇਹ ਦੱਸਣਾਗਾ ਵੀ ਜਿਹੜਾ E = E0 sin ओमेगा T ਆ, ਤੁਸੀਂ ਦੋ ਤਰ੍ਹਾਂ ਦੇ ਗ੍ਰਾਫ ਜਿਹੜੇ ਨੇ ਉਹ ਬਣਾਉਣੇ ਆ। ਦੋ ਗ੍ਰਾਫ ਕਿਹੜੇ ਕਿਹੜੇ ਬਣਾਉਣੇ ਨੇ, ਇੱਕ ਸਾਈਨ ਦਾ ਗ੍ਰਾਫ, ਇੱਕ ਕੋਸਾਈਨ ਦਾ, ਸਾਈਨੋਸੋਇਡਲ ਐਂਡ ਕੋਸਾਈਨਲ ਵੇਰੀਏਸ਼ਨ ਦੇ। ਠੀਕ ਹੈ, ਕਿਉਂ ਬਣਾਉਣੇ ਨੇ? ਕਿਉਂਕਿ ਜਦੋਂ ਤੁਹਾਨੂੰ ਇਹਦੇ ਵਿੱਚੋਂ ਮੇਨ ਜਿਹੜਾ ਕੁਐਸਚਨ ਆਊਗਾ ਨਾ ਉਹ ਹੈਗਾ ਗਾ ਅਬਾਊਟ ਫੇਜ਼ਰ ਡਾਇਗਰਾਮ। ਤੁਸੀਂ ਸ਼ਾਇਦ ਇਹਦੇ ਬਾਰੇ ਦੇਖਿਆ ਹੋਵੇ। ਜਦੋਂ ਫੇਜ਼ਰ ਡਾਇਗਰਾਮ ਦਾ ਕੁਐਸਚਨ ਆਉਂਦਾ ਤਾਂ ਉਸ ਟਾਈਮ ਅਸੀਂ ਗ੍ਰਾਫ ਪਲਾਟ ਕਰਦੇ ਹੁੰਦੇ ਨੇ ਨਾਲ, ਤੇ ਜਾਂ ਫਿਰ ਉੱਥੇ ਤੁਹਾਨੂੰ ਆਲਰੇਡੀ ਇੱਕ ਗ੍ਰਾਫ ਦਿੱਤਾ ਹੁੰਦਾ ਤੇ ਉਹ ਪੁੱਛ ਰਿਹਾ ਹੁੰਦਾ ਸਾਨੂੰ ਉੱਥੇ ਜਿਹੜਾ ਐਗਜ਼ਾਮੀਨਰ ਆ ਕਿ ਦੱਸੋ ਇਹਨਾਂ ਚੋਂ L ਕਿਹੜਾ ਗਾ, ਕਿਹੜਾ C ਆ ਤੇ ਕਿਹੜਾ R ਆ। ਇਹ ਕੁਐਸਚਨ ਸ਼ਾਇਦ ਤੁਸੀਂ ਜੇ CBSE ਦੇ ਪ੍ਰੀਵੀਅਸ ਈਅਰ ਵਾਲੇ ਪੇਪਰ ਚੱਕ ਕੇ ਦੇਖੇ ਹੋਣ ਤਾਂ ਉਹਨਾਂ ਚੋਂ ਤੁਹਾਨੂੰ ਇਹ ਲੱਭਿਆ ਹੋਊਗਾ ਕੁਐਸਚਨ ਵੀ ਇੱਕ ਗ੍ਰਾਫ ਬਣਿਆ ਹੋਇਆ ਗਾ, ਉਹਦੇ ਵਿੱਚ ਉਹਨੇ ਦੋ ਗ੍ਰਾਫ ਬਣਾਏ ਨੇ ਅੱਗੇ, ਠੀਕ ਹੈ ਨਾ, ਜਾਂ ਤਿੰਨ ਗ੍ਰਾਫ ਬਣਾਏ ਨੇ, ਉਹਦੇ ਨਾਲ ਲਿਖਤਾ ਉਹਨਾਂ ਨੇ X Y Z। ਠੀਕ ਹੈ, ਮੰਨ ਲਓ ਇਹ ਲਿਖਤਾ ਉਹਨੇ ਵੀ X Y ਐਂਡ Z ਤਿੰਨ ਅਲੱਗ-ਅਲੱਗ ਐਲੀਮੈਂਟ ਨੇ। ਫਿਰ ਉਹ ਪੁੱਛਦਾ ਵੀ X Y ਤੇ Z ਦੇ ਵਿੱਚੋਂ ਕਿਹੜਾ L ਆ, ਕਿਹੜਾ C ਆ, ਕਿਹੜਾ R ਆ। ਠੀਕ ਹੈ, ਹੁਣ ਉਹ ਤਾਂ ਹੀ ਹੋਣਗੇ ਸਾਨੂੰ ਜੇ ਅਸੀਂ ਪਹਿਲਾਂ ਫੇਜ਼ਰ ਡਾਇਗਰਾਮ ਦੇ ਲਈ ਇਹ ਗ੍ਰਾਫ ਪੜ੍ਹੇ ਹੋਣਗੇ। ਤਾਂ ਗ੍ਰਾਫ ਕਿਵੇਂ ਕਰਨਾ ਇਹਦੇ ਲਈ ਮੈਂ ਕੱਲ ਇੱਕ ਇੰਟਰਵਲ ਤੁਹਾਨੂੰ ਸਮਝਾਇਆ ਸੀਗਾ। ਉਹ ਇੰਟਰਵਲ ਕੀ ਸੀ? ਜਿਹੜਾ ਇਹ ਸਮਾਲ ਟਾਈਮ ਆ ਇਹ 0, ਠੀਕ ਹੈ, ਫਿਰ T/4, ਦੈਨ ਉਹ ਤੋਂ ਬਾਅਦ ਚੋਂ T/2, 3T/4 ਤੇ ਕੈਪੀਟਲ T ਆ ਵੈਲਿਊ ਦੇ ਥਰੂ ਚੱਲਦਾ ਗਾ। ਮੈਂ ਹੁਣ ਇਹਨਾਂ ਪਿੱਛੇ ਨਹੀਂ ਜਾਣਾ ਕਿਉਂਕਿ ਕੱਲ ਅਸੀਂ ਆਲਰੇਡੀ ਇਹ ਡਿਸਕਸ ਕੀਤਾ ਸੀਗਾ ਵੀ ਇੰਟਰਵਲ ਕਿਵੇਂ ਹੁੰਦੇ ਨੇ। ਮੈਂ ਤਾਂ ਹੀ ਰਿਕੁਐਸਟ ਕਰ ਰਿਹਾ ਸੀ ਬਾਰ-ਬਾਰ ਵੀ ਤੁਸੀਂ ਉਹ ਲੈਕਚਰ ਦੇਖ ਲਿਓ ਬਿਫੋਰ ਕਮਿੰਗ ਟੂ ਦ ਕਲਾਸ। ਤਾਂ ਇਹ ਇੰਟਰਵਲ ਜਿਹੜੇ ਨੇ ਇਹਨਾਂ 'ਚ ਆਪਾਂ T ਦੀ ਵੈਲਿਊ, ਸਮਾਲ T ਦੀ ਵੈਲਿਊ ਇੱਥੇ ਪੁੱਟ ਕਰਨੀ ਆ। ਠੀਕ ਹੈ, ਹਾਂ। ਤਾਂ ਜਿਹੜੀ ਹੁਣ ਇਹ ਸਮਾਲ T ਦੀ ਵੈਲਿਊ ਇੱਥੇ ਪੁੱਟ ਕਰਨੀ ਆ, ਉਹਦੇ ਨਾਲ ਨਾਲ ਓਮੇਗਾ ਦੀ ਜਿਹੜੀ ਵੈਲਿਊ ਆ ਜੇ ਤੁਹਾਨੂੰ ਯਾਦ ਹੋਵੇ ਇਹ 2π/T ਹੁੰਦੀ ਆ। ਠੀਕ ਹੈ, ਤਾਂ ਜਿਵੇਂ ਜਿਵੇਂ ਵੈਲਿਊਜ਼ ਆਉਣਗੀਆਂ ਉਵੇਂ ਉਵੇਂ ਆਪਣੇ ਕੋਲ ਗ੍ਰਾਫ ਬਣਨਗੇ। ਤਾਂ ਮੈਂ ਇਹ ਗ੍ਰਾਫ ਦੋਨੋਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਗਾ। ਹੁਣ ਪਹਿਲਾ ਗ੍ਰਾਫ ਇੱਧਰ ਬਣਾਉਂਗਾ ਮੈਂ ਸਾਈਨ ਦਾ ਤੇ ਇੱਧਰ ਮੈਂ ਬਣਾਉਂਗਾ ਕਾਸ ਦਾ, ਤਾਂ ਕਿ ਤੁਹਾਨੂੰ ਪ੍ਰੋਪਰਲੀ ਪਤਾ ਲੱਗ ਸਕੇ ਕਿ ਗ੍ਰਾਫ ਕਿਵੇਂ ਚੱਲਣਗੇ। ਤੇ ਫਿਰ ਉਸ ਨੇਚਰ ਨੂੰ ਆਪਾਂ ਮਾਈਨਸ ਦੇ ਵਿੱਚ ਵੀ ਲਿਖਾਂਗੇ। ਮੈਂ ਪਹਿਲਾਂ ਦੋਨੋਂ ਪੋਜ਼ਿਟਿਵ ਗ੍ਰਾਫ ਬਣਾਉਂਗਾ, ਫਿਰ ਉਸੇ ਤਰ੍ਹਾਂ ਆਪਾਂ ਨੈਗੇਟਿਵ ਗ੍ਰਾਫ ਨੂੰ ਅੰਡਰਸਟੈਂਡ ਕਰਾਂਗੇ। ਸਾਈਨ ਤੇ ਕਾਸ ਦੇ ਗ੍ਰਾਫ ਬਣਾਉਣ ਦੇ ਲਈ ਆਈ ਮਸਟ ਨੀਡ ਸਮ ਰੀਡਿੰਗਸ। ਠੀਕ ਹੈ, ਰੀਡਿੰਗ ਹੋਣੀਆਂ ਚਾਹੀਦੀਆਂ ਨੇ ਸਾਡੇ ਕੋਲ। ਤਾਂ ਰੀਡਿੰਗ ਕੀ ਆ? y = a sin ओमेगा T। ਇੱਥੋਂ ਆਪਾਂ ਚੱਲਾਂਗੇ। ਠੀਕ ਹੈ, y = a sin ओमेगा T। y ਨੂੰ ਆਪਾਂ ਇੱਥੇ E ਲਿਖਿਆਗਾ, a ਨੂੰ ਆਪਾਂ E0 ਲਿਖਿਆ। ਤੇ E0 ਕੌਣ ਆ? E0 ਇਜ਼ ਦਾ ਪੀਕ ਵੈਲਿਊ। ਠੀਕ ਹੈ, ਪੀਕ ਵੈਲਿਊ ਮਤਲਬ ਮੈਕਸਿਮਮ ਵੈਲਿਊ ਆ। ਠੀਕ ਹੈ, ਤੇ ਜਿਹੜੀ ਪੀਕ ਵੈਲਿਊ ਹੋਊਗੀ ਉਹਨੂੰ ਆਪਾਂ ਇੱਥੇ A ਨਾਲ ਰਿਪਰੈਜ਼ੈਂਟ ਕਰਦੇ ਹਾਂ। ਓਕੇ, ਹੁਣ ਜਦੋਂ ਆਪਾਂ ਪੁੱਟ ਕਰਨਾਗਾ ਤਾਂ ਟਾਈਮ ਪੀਰੀਅਡ ਦੀਆਂ ਆਹ ਵੈਲਿਊਜ਼ ਇੱਥੇ ਪੁੱਟ ਕਰਾਂਗੇ ਆਪਾਂ। ਠੀਕ ਹੈ, ਤੇ ਉਸ ਤੋਂ ਬਾਅਦ ਦੇ ਵਿੱਚੋਂ ਆਪਾਂ ਐਂਗਲ ਦੀ ਵੈਲਿਊ ਫਾਈਂਡ ਆਊਟ ਕਰਨੀ ਆ। ਓਕੇ, ਇਹਦੇ ਵਿੱਚ ਇੱਕ ਗੱਲ ਯਾਦ ਰੱਖਣੀ ਆ, ਸਾਈਨ ਥੀਟਾ ਦੀਆਂ ਤੇ ਕਾਸ ਥੀਟਾ ਦੀਆਂ ਦੋ ਵੈਲਿਊ ਹੀ ਅਸੀਂ ਯੂਜ਼ ਕਰਾਂਗੇ, ਈਦਰ 0 ਔਰ 1। ਠੀਕ ਹੈ, 1 ਮਾਈਨਸ ਵੀ ਹੋ ਸਕਦਾ ਹੈਗਾ। 0 ਐਂਡ 1 ਨੂੰ ਆਪਾਂ ਯੂਜ਼ ਕਰਾਂਗੇ ਬਸ, ਹੋਰ ਕੋਈ ਨਹੀਂ, ਕੋਈ 1/2 ਨਹੀਂ ਆਊਗਾ। ਠੀਕ ਹੈ, ਕੋਈ ਆਪਣੇ ਕੋਲ ਕਿਸੇ ਵੇ ਨਾਲ √3/2 ਨਹੀਂ ਆਊਗਾ, ਸਿਰਫ 1 ਤੇ 0, ਕਿਉਂਕਿ ਮੈਕਸਿਮਮ ਤੇ ਮਿਨੀਮਮ ਵੈਲਿਊਜ਼ ਲੈਣੀਆਂ ਨੇ। ਤਾਂ ਜੇ ਹੁਣ ਮੈਂ ਸਮਾਲ T ਦੀ ਵੈਲਿਊ ਉਰੇ 0 ਪੁੱਟ ਕਰਦਾ ਇੱਥੇ, ਤਾਂ ਦੇਖੋ y ਕੀ ਹੋ ਗਿਆ? a sin 0
पहली वैल्यू दे नाल, तो साइन 0 0 हुंदा, इस करके 0 आ गया। सो दैट मीनस जे आपां t 0 लैने आ तो जिहड़ा साइन दा ग्राफ आ उहदे विच पहली वैल्यू 0 नाल ही स्टार्ट होगी। ठीक है, ओके। हुण दूजी वैल्यू मैं फिलहाल इनू इरेज करदा ताकि रीडिंग आपां पहलां लै लईए उधर। ठीक है, दूसरी वैल्यू t दी वैल्यू हुण t/4 पुट करांगे आपां। जे t दी वैल्यू t/4 पुट करनी है तो ओमेगा दी वैल्यू आपां 2π/T ये भी पुट करांगे नाल। तो देखो y कितना आ गया। सो y वुड बी a साइन, ठीक है, ओमेगा, ओमेगा दी वैल्यू ना आपां की लिखांगे 2π/T। ठीक है, नाल स्मॉल t दी वैल्यू कितनी आपां पुट करांगे T/4। तो देखो T नाल T कैंसल आउट हो गया, आ 2 नाल 2 इत्थे 4 नाल 2 कैंसल आउट हो गया, ये आ गया sin π/2। सो sin π/2 कितना हुंदा 90, sin 90 हुंदा +1। ਇਹਦਾ मतलब y ਦੀ वैल्यू ਜਿਹੜੀ ਆ ਉਹ +a ਆ ਗਈ। ठीक है, ਹੁਣ ਆਪਾਂ वैल्यू पुट करते हैं T/2 a small t ਦੀ, ਤਾਂ y = a sin 2π/T into T/2। ਜਦੋਂ ਇਹ वैल्यू पुट करांगे ਆਪਾਂ तो देखो t कैंसल आउट हो गया, 2 ਨਾਲ 2 कैंसल आउट हो गया, sin π मतलब sin 180। ਤੇ sin ਦੀਆਂ ਹੁਣੇ याद रखना, sin ਦੀਆਂ पाई 2π 3π यानी कि n पाई ਦੀਆਂ वैल्यूज 0 ही ਹੁੰਦੀਆਂ ਨੇ। चाहे तुहानू कोई 100 पाई पूछ ले, तुहानू को पूछ ले sin 100 पाई कितना गा, तो आंसर 0 आऊगा। ठीक है, sin ਦੀਆਂ ਸਾਰੀਆਂ पाई ਦੀਆਂ वैल्यूज 0 ही आउणगीਆਂ, जिन्ने भी मल्टीपल ने। तो ये आ गया 0, तो इसका मतलब y 0 आ नैक्सट पॉइंट पे, है ना। फिर उस तो बाद 3t/4, जे 3t/4 पुट करांगे तो y की वैल्यू आ जाऊगी a sin 2π/T into 3t/2। देखो ध्यान नाल, t कैंसल आउट हो गया, 2 कैंसल आउट हो गया, 3t/4 सी, सॉरी आई एम सो सॉरी, 3t/4 सी, 2 आ गया है ना। तो 2 नाल 4 कैंसल आउट हो गए, सो आंसर आ गया 3π/2, क्योंकि 3π/2 आ। हुण 3π/2 जिहड़ा वो थर्ड क्वाड्रेंट च आ गया, राइट। थर्ड क्वाड्रेंट दे विच साइन दी वैल्यू नैगेटिव हुंदी आ, तो इस करके ये -1 होगा, क्योंकि π/2 आ तो होगा तो 1, पर क्योंकि थर्ड क्वाड्रेंट च आ गया इस करके -1, तो ये आंसर आ जाऊगा -a। ठीक है, इसी तरह जे तुसी T पुट करोगे तो y की वैल्यू 0 बन जूगी। क्यों? क्योंकि 2π/T दे नाल कला t मल्टीप्लाई हो जाऊगा, तो sin 2π आ जाऊगा, तो वो वैल्यू इत्थे स्पेस है नहीं, इस करके मैं सीधा y = 0 लिख रहा। कदों? जदों t की वैल्यू T आ। हुण तुसी जिहड़ियां रीडिंग ने इहनूं एक बार क्लिक कर लो, तो मैं इहदा ग्राफ इधर बनाउणा, फिर उहदा ग्राफ मैं तुहानूं कॉस दा भी शुरू करना। ओके, तो हुण आपां जिहड़ियां वैल्यूज ने ग्राफ जदों बनाउणा, ग्राफ बनाउण दे लई अपने कोल इस तरह जिहड़ी ये एक्स एक्सिस आ ये तो होगी टाइम पीरियड, जिहड़ी ये वाई एक्सिस आ यह ए नू रिप्रजेंट करू, क्योंकि इत्थे आपां ए लै रहे हैं, तो ए की जगह तो उत्थे E0 आ जाऊगा, जे E0 नहीं होगा तो I0 आ जाऊगा। ठीक है, वो डिपेंड करता जो भी आपां सिचुएशन लवांगे। तो जिहड़ी ए की वैल्यू आ +a मैं इत्थे लिख रहा गा, उन्ना ही -a जिहड़ा गा वो आपां इत्थे लिख रहे हैं। सो जे -a होया तो आ वैल्यू आऊगी, जे +a होया ए वैल्यू आऊगी, 0 होया तो ए आऊगी। हुण तुसीं देखो पहली वैल्यू जदों टाइम पीरियड 0 सी, t0 सी, जदों t0 सी तो y कितना गा 0, तो इसका मतलब पहली वैल्यू इत्थे आऊगी। सो साइन दा ग्राफ ओरिजिन तो स्टार्ट होगा, पहली वैल्यू इत्थे मैच करगी। ठीक है, हुण दूसरी वैल्यू जे आपां T/4 पुट करते हैं, सो जे आपां T/4 पुट करांगे तो सानू पता लग गया भी y की वैल्यू +a आई आ। ओके, हुण आपां पहले इत्थे इंटरवल बना लीए। सो लेट्स से इत्थे आ गया T/4, इत्थे आ गया अपने कोल उन्ने ही इंटरवल ते T/2, 3t/4 एंड T। सो ये अपने कोल इंटरवल आ गई। ठीक है, ਜਿਹੜੇ ਇਹ ਇੰਟਰਵਲ ਆਏ ਨੇ ਉਹਨਾਂ ਨੂੰ ਆਪਾਂ ਹੁਣ ਕੋਆਰਡੀਨੇਟ ਨਾਲ ਮੈਚ ਕਰਾਂਗੇ।
ਤਾਂ ਪਹਿਲਾਂ ਦੇਖੋ 0 ਸੀਗਾ 0 ਆ ਗਿਆ। ਦੂਜਾ t/4 ਟਾਈਮ ਤੇ a ਦੀ ਵੈਲਿਊ ਕਿੰਨੀ y ਦੀ ਵੈਲਿਊ ਕਿੰਨੀ ਆ +a, ਤਾਂ t/4 ਟਾਈਮ ਤੇ y ਦੀ ਵੈਲਿਊ +a ਆ, ਇੱਥੇ ਆ ਜਾਊਗਾ ਪੁਆਇੰਟ। ਫਿਰ t/2 ਤੇ y ਦੀ ਵੈਲਿਊ 0 ਆ, ਤਾਂ ਅਗਲਾ ਪੁਆਇੰਟ ਇੱਥੇ ਆ ਜਾਊਗਾ। 3t/4 ਤੇ y ਦੀ ਵੈਲਿਊ -a ਆ, ਤਾਂ ਇੱਥੇ ਆ ਗਿਆ ਅਗਲਾ ਪੁਆਇੰਟ। ਠੀਕ ਹੈ, ਜਦੋਂ ਕੈਪੀਟਲ T ਦੇ ਇਕੁਅਲ ਆ ਟਾਈਮ ਪੀਰੀਅਡ then y will be 0, ਤਾਂ ਇੱਥੇ ਆ ਗਿਆ। Got it? That means ਹੁਣ ਆਪਾਂ ਇਹਨਾਂ ਪੁਆਇੰਟਸ ਨੂੰ ਮਿਲਾਉਣਾ। ਇਹਨਾਂ ਪੁਆਇੰਟਸ ਨੂੰ ਮਿਲਾਉਣ ਲਈ ਸਟ੍ਰੇਟ ਲਾਈਨ ਨਹੀਂ ਯੂਜ਼ ਕਰਨੀ, ਕਰਵ ਯੂਜ਼ ਕਰਨਾ, ਕਿਉਂਕਿ ਸਾਈਨ ਦਾ ਗ੍ਰਾਫ ਕਰਵ ਹੁੰਦਾਗਾ। ਤੇ ਇਸ ਕਰਕੇ ਆਪਾਂ ਇਹਨਾਂ ਨੂੰ ਜੇ ਮਿਲਾਈਏ ਪੁਆਇੰਟ ਨੂੰ, ਤਾਂ ਮੈਂ ਫਿਲਹਾਲ ਇਹਨਾਂ ਨੂੰ ਡਾਟਡ ਲਾਈਨ ਨਾਲ ਮਿਲਾ ਰਿਹਾਗਾ। ਦੇਖੋ ਜੇ ਤੁਹਾਨੂੰ ਦਿਖ ਰਿਹਾਗਾ ਤਾਂ ਦੇਖੋ ਇਹ ਸਾਈਨ ਦਾ ਗ੍ਰਾਫ ਆ। ਹੁਣ ਤੁਸੀਂ ਇਹ ਗ੍ਰਾਫ ਦੇਖਿਆ ਹੋਊਗਾ ਪਰ ਕਨਫਰਮ ਨਹੀਂ ਹੋਣਾ ਉਦੋਂ ਵੀ ਇਹ ਗ੍ਰਾਫ ਕਿਵੇਂ ਬਣਿਆ ਸੀ, ਰਾਈਟ? ਤੇ ਇਹ ਗ੍ਰਾਫ ਨੂੰ ਮੈਂ ਹੁਣ ਡਾਰਕ ਲਾਈਨ ਚ ਰਿਪਰੈਜ਼ੈਂਟ ਕਰ ਰਿਹਾ। ਇਸ ਤਰ੍ਹਾਂ ਕਰਕੇ, ਠੀਕ ਹੈ। ਸੋ ਜੇ ਪਲੱਸ ਸਾਈਨ ਦਾ ਗ੍ਰਾਫ ਹੋਇਆ, ਪਲੱਸ ਸਾਈਨ, ਤਾਂ ਇਸ ਤਰ੍ਹਾਂ ਹੋਊਗਾ। ਜੇ ਇਹੀ ਗ੍ਰਾਫ ਮਾਈਨਸ ਸਾਈਨ ਦਾ ਹੋਵੇ ਤਾਂ ਕਿਵੇਂ ਸ਼ੁਰੂ ਹੋਊਗਾ ਫਿਰ? ਤਾਂ ਜਿਹੜਾ ਮਾਈਨਸ ਸਾਈਨ ਦਾ ਗ੍ਰਾਫ ਆ ਉਹ ਪਹਿਲਾਂ ਇਹ ਵੈਲਿਊ ਆਊਗੀ, ਫਿਰ ਇੱਧਰ ਨੂੰ ਜਾਊ, ਤਾਂ ਉਹ ਐਂ ਚੱਲੂਗਾ। ਤਾਂ ਮਾਈਨਸ ਸਾਈਨ ਵਾਲਾ ਗ੍ਰਾਫ ਜਿਹੜਾ ਮੈਂ ਐਂ ਬਣਾ ਰਿਹਾ, ਠੀਕ ਹੈ, ਇਹ ਨੈਗੇਟਿਵ ਸਾਈਨ ਦਾ ਗ੍ਰਾਫ ਆ। ਜਿਹੜਾ ਉੱਪਰ ਡਾਰਕ ਲਾਈਨ ਜਿਹੜੀ ਆ, ਮੈਂ ਇੱਥੇ ਲਿਖ ਦਿੰਦਾ ਡਾਰਕ ਲਾਈਨ, ਇਹ ਹੈਗੀ ਆ ਜਦੋਂ y = +a sin ωt ਆ। ਤੇ ਡਾਟਡ ਲਾਈਨ ਜਿਹੜੀ ਆ ਉਹ ਹੈਗੀ ਆ ਜਦੋਂ y -a sin ωt ਆ, ਕਿਉਂਕਿ ਜ਼ਰੂਰੀ ਨਹੀਂ ਕਿ ਆਪਾਂ y ਦੀ ਵੈਲਿਊ ਨੂੰ ਪਲੱਸ ਹੀ ਲਿਖਣਾਗਾ। ਠੀਕ ਹੈ, ਤਾਂ ਇਹ ਤੁਸੀਂ ਕਲਿੱਕ ਕਰੋ ਤੇ ਫਿਰ ਆਪਾਂ cos ਦਾ ਗ੍ਰਾਫ ਬਣਾਉਣੇ ਆ। ਕੁਛ ਠੀਕ ਹੋਇਆ ਤਾਂ ਸਰ? ਮੰਮਾ ਨੂੰ ਕਹੀ ਕਿ ਨੋਨ ਵਿੱਚ ਵਧੀਆ ਕਰਾਣਾ। ਹੋ ਗਿਆ ਹਨ ਡਨ। ਤੇ ਹੁਣ ਆਪਾਂ ਕਰਦੇ ਆ cos ਦਾ ਗ੍ਰਾਫ। ਜਿਹੜਾ cos ਦਾ ਗ੍ਰਾਫ ਆ ਉਹਦੇ ਲਈ ਆਪਾਂ ਉਹੀ y = a cos ωt ਲਿਖਾਂਗੇ। ਠੀਕ ਹੈ, ਤਾਂ y = a cos ωt ਜੋ ਲਿਖਾਂਗੇ ਅਗੇਨ t ਦੀਆਂ ਵੈਲਿਊ 0, t/4, t/2, 3t/4 ਤੇ ਕੈਪੀਟਲ T ਪੁੱਟ ਕਰਾਂਗੇ। ਤਾਂ y = ਪਹਿਲੀ ਵੈਲਿਊ a sin ω is 2π/T into d0, ਪਹਿਲੀ ਵੈਲਿਊ। ਠੀਕ ਹੈ, ਸਮਾਲ t ਦੀ ਵੈਲਿਊ 0 ਪੁੱਟ ਕੀਤੀ ਆ, ਤਾਂ ਮੈਂ ਇੱਥੇ ਲਿਖ ਦਿੰਦਾ ਨਾਲ ਵੀ ਆਪਾਂ t ਦੀ ਵੈਲਿਊ 0 ਪੁੱਟ ਕੀਤੀ ਆ। ਠੀਕ ਹੈ, ਤਾਂ ਹੁਣ ਦੇਖੋ ਸੌਰੀ ਸਾਈਨ ਦੀ ਥਾਂ ਤੇ cos ਹੋਣਾ ਸੀ, ਆਮ ਸੋ ਸੌਰੀ, ਇੱਥੇ cos। ਓਕੇ, ਹੁਣ cos ਦੀ 0 ਦੀ ਵੈਲਿਊ ਕਿੰਨੀ ਹੁੰਦੀ ਹੈ? cos 0 is +1, ਰਾਈਟ? ਤਾਂ ਇਹਦਾ ਮਤਲਬ y ਦੀ ਵੈਲਿਊ ਕਿੰਨੀ ਆ ਜਾਊਗੀ? +a। ਕਦੋਂ ਆਊਗੀ? ਜਦੋਂ t ਕਿੰਨਾ ਗਾ? 0। ਠੀਕ ਹੈ, ਫਿਰ ਸੈਕੰਡ ਪਾਰਟ, ਜਦੋਂ t ਆਪਣੇ ਕੋਲ t/4 ਦੇ ਇਕੁਅਲ ਆ, ਤਾਂ ਦੇਖੋ y ਦੀ ਵੈਲਿਊ y = a cos 2π/T into t/4। ਤਾਂ ਦੇਖੋ ਕੈਪੀਟਲ T ਨਾਲ t ਕੈਂਸਲ ਆਊਟ ਹੋ ਗਿਆ, 2 cos π/2। ਤਾਂ cos π/2 cos 90 ਕਿੰਨੀ ਹੁੰਦੀ ਆ? cos 90 ਦੀ ਵੈਲਿਊ ਦੱਸੂਗਾ ਕੋਈ? ਲੇਟ ਪਹੁੰਚਦੀ ਹੈ ਮੇਰੀ ਆਵਾਜ਼ ਤੁਹਾਡੇ ਕੋਲ? 0। ਓਕੇ ਗੁੱਡ, ਥੈਂਕ ਯੂ ਬੇਟੇ। ਸੋ y ਦੀ ਵੈਲਿਊ ਕਿੰਨੀ ਆ ਗਈ ਇੱਥੋਂ? 0। ਗੋਡ ਬਲੈਸ ਯੂ। ਠੀਕ ਹੈ, ਤਾਂ ਜੇ ਆਪਾਂ t/4 ਪੁੱਟ ਕਰ ਰਹੇ ਹਾਂ ਤਾਂ y ਕਿੰਨਾ ਆ ਗਿਆ? 0 ਆ ਗਿਆ। ਥਰਡ ਪੁਆਇੰਟ, t ਦੀ ਵੈਲਿਊ t/2 ਪੁੱਟ ਕਰਾਂਗੇ।
जे t/2 पुट करते हैं y इज इक्वल टू a cos 2 पाई अपॉन T इंटू t/2, तो देखो t कैंसल आउट हो गया, a कैंसल आउट हो गया। cos पाई कितना होंदा cos 180, दस सकदा कोई मैथ वाला बच्चा वैल्यू? 1 आ लपड़ मारे कंते -1, हाँ -1, सो y इज इक्वल टू -1, तो माइनस ए आ गया, गुड। फोर्थ वैल्यू t इक्वल टू 3t/4, तो जो 3t/4 पुट करोगे ਤੁਸੀਂ ਇਹ ਪਤਾ ਪਹਿਲਾਂ ਹੀ ਆਪਾਂ ਕੀਤਾ ਹੋਇਆ ਵੀ 3t/4 ਤੇ 3π/2 ਐਂਗਲ ਬਣ ਜਾਂਦਾ ਹੁੰਦਾ, ਕਿਉਂਕਿ ਐਂਗਲ ਤਾਂ ਉਹਦੇ ਨਾਲ ਹੀ ਬਣਨਾ, cos ਤੇ sin ਤਾਂ ਬਾਅਦ ਚ ਡਿਸਾਈਡ ਕਰਨੇ ਆ। 3π/2 cos 3π/2 ਆ ਜਾਊਗਾ, cos 3π/2 ਕਿੰਨਾ ਹੁੰਦਾਗਾ 0, ਕਿਉਂਕਿ π/2 ਦੇ ਜਿੰਨੇ ਵੀ ਮਲਟੀਪਲ ਹੋਣਗੇ cos ਦੀਆਂ ਸਾਰੀਆਂ ਵੈਲਿਊ 0 ਆਉਣਗੀਆਂ, ਤਾਂ ਇਸ ਕਰਕੇ ਇਹ ਆ ਜਾਊਗਾ 0। ਫਿਫਥ t ਇਜ਼ ਇਕੁਅਲ ਟੂ T, ਤਾਂ y ਇਜ਼ ਇਕੁਅਲ ਟੂ a cos 2 ਪਾਈ अपॉन T इंटू T, ये t ना t कैंसल आउट हो गया, cos 2 पाई, cos 2 पाई दी वैल्यू, cos 2 पाई आ गया फर्स्ट क्वाड्रेंट च मुड़ के ऊपर नूं, है ना, तो इस करके फोर्थ क्वाड्रेंट भी ला लो जी असीं 1, है ना, तो इस करके 1 दे होण करके y दी वैल्यू आ जाऊगी +a। सो ये वैल्यूज तुसीं नोट कर लो स्क्रीनशॉट, ते फिर मैं ग्राफ बनाउणा। ओके, ਇਹਦਾ ਗ੍ਰਾਫ ਬਣਾਉਣ ਦੇ ਲਈ ਤੁਸੀਂ ਆ ਦੇਖਿਓ ਮਾੜਾ ਜਿਹਾ ਵੀ ਇੱਥੇ ਜੇ ਤੁਹਾਨੂੰ ਚਲੋ ਮੈਂ ਇਹਨੂੰ ਇਰੇਜ਼ ਕਰ ਹੀ ਦਿੰਦਾ। ओके, ਤਾਂ ਅਗੇਨ cos ਦਾ ਗ੍ਰਾਫ ਬਣਾਉਣੇ ਆਪਾਂ, ਠੀਕ ਹੈ। ਹੁਣ ਇਹ ਹੋ ਗਿਆ ਟਾਈਮ ਪੀਰੀਅਡ, ਇਹ ਆ ਗਿਆ a ਦੀ ਜਿਹੜੀਆਂ ਵੈਲਿਊਜ਼ ਨੇ, इधर हो गया +a, जे कोई आऊगा इधर आ गया अपने को -a, इत्थे t/4 t/2 3t/4 T, ठीक है जी। तो ਜਿਹੜੇ ਹੁਣ ਇਹ ਵੈਲਿਊਜ਼ ਆਈਆਂ ਆਪਣੇ ਕੋਲ, ਆਪਾਂ ਜੇ ਉਹਨਾਂ ਨੂੰ ਦੇਖੀਏ ਧਿਆਨ ਨਾਲ, ਤੁਸੀਂ ਸਕਰੀਨਸ਼ਾਟ ਵੀ ਲੈ ਹੋਊਗਾ, ਮੈਂ ਪਰ ਰਿਪੀਟ ਕਰਦਾ। ਜਦੋਂ t 0 ਸੀ ਤਾਂ y ਦੀ ਵੈਲਿਊ ਆਪਣੇ ਕੋਲ +a ਸੀ, ਜਦੋਂ t/4 ਸੀ ਤਾਂ y ਦੀ ਵੈਲਿਊ 0 ਸੀ, t/2 ਸੀ ਤਾਂ y ਦੀ ਵੈਲਿਊ -a ਸੀ, ਜਦੋਂ ਆਪਾਂ t ਦੀ ਵੈਲਿਊ 3t/4 ਲਈ ਆ ਤਾਂ y ਦੀ ਵੈਲਿਊ 0 ਸੀ, ਜਦੋਂ ਆਪਾਂ T ਰੱਖਿਆ ਤਾਂ y ਦੀ ਵੈਲਿਊ ਆਪਣੇ ਕੋਲ +a ਸੀ। ਆ ਵੈਲਿਊਜ਼ ਸੀਗੀਆਂ, ਰਾਈਟ। ਹੁਣ ਇਹ ਵੈਲਿਊਜ਼ ਨੂੰ ਅਗੇਨ ਇੱਥੇ ਪਲਾਟ ਕਰੋ, ਤਾਂ ਦੇਖੋ ਪਹਿਲਾਂ ਜਦੋਂ ਟਾਈਮ 0 ਆ ਤਾਂ y ਦੀ ਵੈਲਿਊ ਕਿੰਨੀ ਆ +a, ਸੋ ਟਾਈਮ 0 ਇੱਥੇ, y ਦੀ ਵੈਲਿਊ ਇੱਥੇ, ਤਾਂ ਪਹਿਲੀ ਰੀਡਿੰਗ ਇੱਥੋਂ ਆਈ ਆ, ਠੀਕ ਹੈ। ਤਾਂ ਗ੍ਰਾਫ ਸਾਡਾ ਉੱਪਰੋਂ ਸ਼ੁਰੂ ਹੋਊਗਾ। ਸੈਕਿੰਡ t/4 ਤੇ y ਦੀ ਵੈਲਿਊ 0, ਇੱਥੇ ਆ ਜਾਊਗਾ। ਥਰਡ t/2 ਤੇ y ਦੀ ਵੈਲਿਊ -a, ਇੱਥੇ ਆ ਜਾਊਗਾ, ਠੀਕ ਹੈ। ਤੇ ਜੇ ਆਪਾਂ t/4 3t/4 ਤੇ ਦੇਖੀਏ 0 ਆ ਜਾਊਗਾ, ਫਿਰ t ਤੇ ਦੇਖਿਆ ਜਾਵੇ ਤਾਂ +a ਇੱਥੇ ਆ ਜਾਊਗਾ। ਓਕੇ, ਤਾਂ ਹੁਣ ਇਹਨਾਂ ਨੂੰ ਮਿਲਾਉਣੇ ਆਪਾਂ, ਤਾਂ ਅਗੇਨ ਪਹਿਲਾਂ ਮੈਂ ਡਾਟ ਲਾਈਨ 'ਚ ਮਿਲਾਇਆ ਉਹਨੂੰ, ਠੀਕ ਹੈ। ਤੇ ਜੇ ਹੁਣ ਤੁਸੀਂ ਦੇਖੋ ਇਹਨੂੰ ਤਾਂ ਆਪਾਂ ਇਸ ਤਰ੍ਹਾਂ ਇਹਨੂੰ ਡਾਰਕ ਕਰ ਦਿੰਦੇ ਆ, ਤਾਂ ਇਹ ਆ ਗਿਆ ਆਪਣੇ ਕੋਲ +cos ਦਾ ਗ੍ਰਾਫ, ਠੀਕ ਹੈ। ਤੇ ਜੇ -cos ਦਾ ਗ੍ਰਾਫ ਹੋਊਗਾ ਤਾਂ ਉਹ ਐਂ ਚੱਲ ਪੂ ਉੱਪਰ ਨੂੰ, ਐਂ ਪੁੱਠਾ ਬਣੂਗਾ। ਤਾਂ ਜੇ -cos ਹੋਇਆ ਤਾਂ ਉਹਦਾ ਗ੍ਰਾਫ ਇੱਥੋਂ ਸ਼ੁਰੂ ਹੋਊਗਾ, ਕਿਉਂਕਿ ਪਹਿਲੀ ਵੈਲਿਊ ਮਾਈਨਸ ਆ, ਐਂ। ਸੋ ਜਿਹੜਾ ਡਾਰਕ ਲਾਈਨ ਆ ਇਹ ਹੋ ਗਿਆ +cos, ਤੇ ਇਹ ਵਾਲੀ ਹੈਗੀ ਆ -cos। ਹੁਣ ਜੇ ਤੁਹਾਨੂੰ ਇਹ ਪਤਾ ਸੀ ਗ੍ਰਾਫ ਪਹਿਲਾਂ ਆਉਂਦੇ ਹੁੰਦੇ, ਫੇਰ ਹੀ ਤੁਸੀਂ ਫੇਜ਼ਰ ਡਾਇਗਰਾਮ ਬਣਾ ਸਕਦੇ ਹੋ, ਰਾਈਟ। ਹੁਣ ਤੁਸੀਂ ਇਹ ਤੋਂ ਬਿਨਾਂ ਜੇ ਗ੍ਰਾਫ ਨਹੀਂ ਆਉਂਦੇ, ਸਾਨੂੰ ਪਤਾ ਹੀ ਨਹੀਂਗਾ ਵੀ -cos ਦਾ ਗ੍ਰਾਫ ਕਿਹਾ ਜਾਊਗਾ,
प्लस साइन का ग्राफ क्या जाऊगा। उस तो बाद तो बेटे नेरे च टक्कर ही ने जे नहीं पता होगा। ठीक है, इनू क्लिक करो तो फिर मैं तुहानू कराउणागा जिहड़े अपने फेजर डायग्राम ने। ओके सो पहला हैगा अपने कोल दो चीज़ां आपां समझण दी कोशिश करांगे। एक नूं असीं कहांगे इन फेज, एक नूं कहांगे आउट ऑफ फेज। मतलब इन फेज का मतलब की हैगा भी जे एक क्वांटिटी वधूगी दूजी भी वधूगी, तो इन फेज का मतलब तुसीं ऐ कह लो भी डायरैक्टली प्रोपोर्शनल आ। ठीक है, आउट ऑफ फेज, आउट ऑफ फेज का मतलब हैगा ऑपोजिट, इनवर्सली प्रोपोर्शनल। एक वैल्यू वधूगी दूजी घटूगी, एक वैल्यू घटूगी दूजी वैल्यू वधूगी। ठीक है, इन फेज डायरैक्टली प्रोपोर्शनल, आउट ऑफ फेज इनवर्सली प्रोपोर्शनल। गॉट इट। तो हुण याद रखना सी डायरैक्टली प्रोपोर्शनल ते इनवर्सली प्रोपोर्शनल असीं किन्हां नूं यूज करांगे। तो जिहड़ा हुण अपने कोल ग्राफ आ उन्हां नूं आपां अप्लाई करना गा, पर उस तो पहला आपां 3 सर्किट लर्न करने आ। अल्टरनेटिंग करंट दा जिहड़ा बिहेवियर आ, ठीक है, वो किवें आगा वोल्टेज दे नाल, दैट इज द क्वेश्चन। वोल्टेज दे वधन नाल अल्टरनेटिंग करंट वधदा गा घटदा गा, जानी कि की चेंज हुंदी आ, इस बारे ये टॉपिक आ ते जिन्हों फेजर डायग्राम दे नाल आपां रिलेट करांगे बाद चों। हुण जदों आपां ये स्टडी कीती भी आपां कैपेसिटर, इंडक्टर, ठीक है, ते तीसरा सीगा अपने कोल रजिस्टेंस। ठीक है, तो एल इंडक्टर, सी कैपेसिटर ते आर रजिस्टेंस। इन्हां तिन्नां दे आपां कल्ले कल्ले नूं पहलां लगा के देखना गा अल्टरनेटिंग करंट दे नाल, ते ओनू दवांगे आपां वोल्टेज विच इज ई नॉट साइन ओमेगा टी। तुसीं खुद पहलां देखना गा भी जे तुहाडे कोल सप्लाई ही नहीं हैगी तो करंट किवें आऊगा, तो तुहाडे कोल पहला कनैक्शन होना चाहिए। सो दैट मीनस सब तो पहला वोल्टेज आऊगी, फिर आपां करंट फाइंड आउट करांगे। तो हर एक केस दे विच आपां वोल्टेज नूं पहलां लिखांगे, करंट नूं बाद चों उहदे नाल रिलेट करांगे। टारगेट ये आ। ठीक है, तो मेरे कोल जे कल्ली पहला हैगा सी भी ओनली रेजिस्टेंस, जे कल्ली रेजिस्टेंस लगी हो गई। ठीक है, तो हुण तक जिन्ना आपां पढ़िया रेजिस्टेंस बारे ही पढ़ियागा भी रेजिस्टेंस जिहड़ी आ करंट दा लॉस करदी आ, पर एंगल दे अकॉर्डिंग किते डिपेंड करदी आ, तां ओहदे लई ओम्स लॉ अप्लाई होऊगा। तो जे मेरे कोल इत्थे एक रेजिस्टेंस आ, मैं उन्होंने एक अल्टरनेटिंग सोर्स के नाल कनैक्ट करता। देखो अल्टरनेटिंग सोर्स है जिहड़ा तुसीं ऑलरेडी देखो आपां आए पाने हुंदे अल्टरनेटिंग सोर्स। तो हुण ये साइन दा ग्राफ ही आ, तो इसदा मतलब असीं ऑलरेडी कंसीडर करते हैं कि वोल्टेज साइनोसॉइडल आ, राइट। तो साइन दा ग्राफ ओके। तो हुण जिहड़ी इस रजिस्टेंस नूं आपां वोल्टेज दित्ती वो हैगी आ ई नॉट साइन ओमेगा टी। ठीक है, करंट कितना इहदे कोल गया। हुण करंट दा फार्मूला ओम्स लॉ तो अप्लाई करो, क्योंकि रजिस्टेंस दे लई ओम्स लॉ टोटली एप्लीकेबल आ। ठीक है, तो E इज इक्वल टू V इज इक्वल टू आई आर हुंदा गा, तो I इज इक्वल टू V अपॉन R आ। V की जगह ते आपां उरे E यूज कर रहे हैं, तो I इज इक्वल टू E अपॉन R हो गया। ठीक है, E की वैल्यू ऊपर पई आ, तो जे मैं उरे यूज कर लूंगा E नॉट साइन ओमेगा टी अपॉन R। हुण जे आपां E नॉट देखा जाए ये मैक्सीमम वोल्टेज आ, मैक्सीमम वोल्टेज नूं जदों रजिस्टेंस नाल डिवाइड करांगे तो सानूं मैक्सीमम करंट मिलूगा। तो I दी वैल्यू कितनी आ जू इत्थों अपने कोल E नॉट अपॉन R नूं मैं I नॉट लिख रहा, नाल आ गया अपने को साइन ओमेगा टी। ठीक है जी, तो हुण तुसीं देखो दो इक्वेशनस ने जिन्हां नूं कंपेयर करया करना आपां E ते I नूं, ते कंपेयर करके किहड़ी चीज़ नूं देखना गा, एंगल नूं, भी किहड़े ते एंगल ते वो डिपेंड कर रही है। E किहड़े एंगल ते डिपेंड कर रही है, साइन ओमेगा टी ते। I किहड़े एंगल ते डिपेंड कर रही है, साइन ओमेगा टी ते। दोनों सेम एंगल ते डिपेंड कर रही ने, सो दैट मीनस जे दोनों सेम एंगल ते डिपेंड कर रही ने तो दोनों का बिहेवियर जिहड़ा वो सेम होगा। सो आपां इत्थे लिखांगे E एंड I आर इन फेज, क्योंकि डायरैक्टली प्रोपोर्शनल होणगियां।
क्योंकि एक वैल्यू जो टी की वैल्यू तुसीं यूज करोगे तो ਉਹਦੇ ਨਾਲ दोनों वैल्यू पहला 0 होणगियां, फिर दोनों वैल्यू प्लस जाणगियां, फिर दोनों वैल्यू 0 होणगियां, फिर माइनस जाणगियां, फिर 0 होणगियां, क्योंकि साइन का ग्राफ बनू दोनों लिए, राइट। साइन का ग्राफ प्लस च बनू क्योंकि साडे कोल माइनस वाला कोई है ही नहीं गा, इस करके दोनों इन फेज ने। गॉट इट। तो इन फेज होने करके हुण अपना क्वेश्चन की आ इन फेज वाली गल। तो ई एंड आई नूं आपां हुण इत्थे ग्राफ जे प्लॉट करना होवे तो इस तरह लिखांगे आपां, ठीक है। इधरले पासे देखो पहला आपां ई नूं रिप्रेजेंट कर दईए तो ई आए आऊगा क्योंकि साइनोसोइडल ग्राफ आ, राइट। तो हुण आपां गल करदे हां आई दी। जे आई नूं देखिया जावे वो भी साइन ते डिपेंड कर रहा हैगा, पर आई दी वैल्यू ते ई दी वैल्यू सेम नहीं होगी। आई एम नॉट सेइंग कि ई नॉट एंड आई नॉट आर इक्वल। ਆਪਾਂ ਇਹ ਕਹਿ ਰਹੇ ਹਾਂ ਵੀ ਜੇ ਇੱਕ ਵਧੂਗਾ ਦੂਜਾ ਵੀ ਵਧੂਗਾ, ਤਾਂ ਤੁਸੀਂ ਜਿਹੜਾ I ਦੀ ਵੈਲਿਊ ਆ, ਵੋਲਟੇਜ ਹਮੇਸ਼ਾ ਜ਼ਿਆਦਾ ਹੁੰਦੀ ਆ, ਕਰੰਟ ਉਹਨਾਂ ਜ਼ਿਆਦਾ ਨਹੀਂ ਆਉਂਦਾ। ਵੋਲਟੇਜ ਤਾਂ 220 230 ਵੋਲਟ ਹੁੰਦੀ ਆ, ਪਰ ਤੁਸੀਂ ਕਰੰਟ ਨੂੰ ਜੇ ਦੇਖਣਾ ਹੋਵੇ, ਕਰੰਟ 5 ਐਂਪੀਅਰ 6 ਐਂਪੀਅਰ 10 ਐਂਪੀਅਰ ਐ ਰਹਿੰਦਾਗਾ। ਤਾਂ I ਦੇ E ਦੇ ਕੰਪੈਰੀਜ਼ਨ ਚ I ਦੀ ਵੈਲਿਊ ਤਾਂ ਛੋਟੀ ਬਣੂਗੀ, ਤਾਂ ਇਸ ਕਰਕੇ ਜਿਹੜੀ I ਦੀ ਵੈਲਿਊ ਆਊਗੀ ਉਹ ਐ ਆਊਗੀ। ਤਾਂ ਸਮਾਲ ਵੈਲਿਊ ਰਿਪਰੈਜ਼ੈਂਟ ਕਰ ਦੋ, पर दोनों होणगे देखो सेम डायरेक्शन दे विच, दोनों दी वैल्यू प्लस आ ई हो गया, ये हो गया आई, ये तो आ गई फेजर डायग्राम। फिर दूजा पार्ट, जे ग्राफ नूं आपां नाल होर वे नाल रिप्रेजेंट करना होवे, वो की हैगा अपने कोल। जे आपां रिप्रेजेंट कर रहे हैं भी साइन ओमेगा टी दे उपर ई डिपेंड कर रहा है, राइट। तो ई दा ग्राफ आए बनूगा स्ट्रेट लाइन दे विच बनाउणा होवे। तो जे आप देखा जाए ये किन्ने एंगल से डिपेंड कर रहा है, ये डिपेंड कर रहा ओमेगा टी ते। कौन डिपेंड कर रहा है? ई। ओके, हुण जे मैं तुहानूं पूछां आई किन्ने एंगल से डिपेंड कर रहा है, वो भी ओमेगा टी ते डिपेंड कर रहा। तो जिधर नूं ई हैगा उधर ही उन्नी एंगल से आई रिप्रेजेंट करांगे। तो आप तुसी दूसरा ग्राफ जिहड़ा हो गया, तो दोनों फेजर डायग्राम का ही पार्ट आ। एक नूं असीं कर्व के अकॉर्डिंग दिखाया गा साइन के अकॉर्डिंग, दूजे नूं असीं वैल्यू के अकॉर्डिंग दिखाया कल्ले एंगल के नाल। आ एंगल के नाल दिखायागा, यह आपां साइन के नाल, ठीक है। यानी कि यह ट्रिग्नोमेट्रिक फंक्शन के अकॉर्डिंग दिखाया, ये कल्ला आपां एंगल के अकॉर्डिंग। तो एंगल के अकॉर्डिंग देखा जाए ई ते आई दोनों सेम एंगल से डिपेंड कर रहे हैं, इस करके ये आऊगा। जे आपां देखा जाए साइन के अकॉर्डिंग ट्रिग्नोमेट्रिक फंक्शन से किवें डिपेंड कर रहे हैं, तो देखो दोनों ई एंड आई सेम साइन से डिपेंड कर रहे हैं, ठीक है। इनू क्लिक करो। डन। ओके, हुण दूसरा, हुण आपां गल करते हैं जे कल्ला साडे कोल कॉइल लग्या होवे, इफ ओनली इंडक्टर इज देयर। तो जे हुण अपने कोल कल्ला इंडक्टर लग्या हैगा, ठीक है। तो अगेन ई दी वैल्यू कितनी लिखांगे, पहला वोल्टेज सप्लाई की है, सो ई नॉट साइन ओमेगा टी, ठीक है। ओके, हुण आई लभना आपां, राइट। अपना टारगेट की है, आपां आई लभणागा, ते आई नूं आपां रिलेट करनागा ई नाल, क्योंकि आपां पहलां भी कीता सी आई इज इक्वल टू ई बाय आर लिखिया सी। पर जिहड़ा हुण इंडक्टर आ उहदे केस दे विच ई ते आई दे विच रिलेशन की आ, ते जे तुहाडे याद होवे ई दी वैल्यू आपां एल डी आई बाय डी टी लिखदे हुंदे आ मैगनीट्यूड दे विच, राइट। यही लिखदे ना आपां E is equal to L di by dt। नैगेटिव साइन नहीं लाना, क्योंकि नैगेटिव साइन सिर्फ लेंज लॉ लई एप्लीकेबल सीगा, मतलब वो सिर्फ दसन लई सीगा भी E क्यों इंड्यूस होया। तो E दी वैल्यू L di by dt आ। ओके, हुण तुसी फाइंड आउट की करना, वी आर कैलकुलेटिंग di, क्यों? बिकॉज आपां I लभणागा, तो di तो I लभूगा। तो इधरों E दी वैल्यू कितनी पुट कर दो रे, E नॉट साइन ओमेगा टी, ठीक है। ई दी वैल्यू इज इक्वल टू एल डी आई बाय डी टी। तो देखो डी आई कट लो, तो डी आई कितना आ जाऊगा, डी टी इधर मल्टीप्लाई हो जाऊगा, एल इधर आके डिवाइड हो जाऊगा। तो डी आई दी वैल्यू आ जाओ अपने कोल ई नॉट बाय एल साइन ओमेगा टी डी टी, ठीक है। हुण डी आई एक डेरीवेटिव आ, तो जे आपां डेरीवेटिव तो ਉਹਦੀ पूरी वैल्यू लैनी हुंदी आ तां असीं ਉਹਨੂੰ इंटीग्रेशन करते हैं।
ਤਾਂ ਡੈਰੀਵੇਟਿਵ ਤੋਂ ਪੂਰੀ ਵੈਲਿਊ ਵਾਪਸ ਲੈਣ ਲਈ ਆਪਾਂ ਇੰਟੀਗ੍ਰੇਟ ਕਰਾਂਗੇ। ਇਸ ਕਰਕੇ ਦੋਨੋਂ ਸਾਈਡਾਂ ਤੇ ਆਪਾਂ ਇੰਟੀਗ੍ਰੇਟ ਕਰਾਂਗੇ। ਸੋ ਡੀ ਦੀ ਇੰਟੀਗ੍ਰੇਸ਼ਨ, ਇਧਰੋਂ E0/L ਇਹਦੀ ਕੋਈ ਇੰਟੀਗ੍ਰੇਸ਼ਨ ਨਹੀਂ ਹੋਊਗੀ ਕਿਉਂਕਿ ਇਹ ਡੈਰੀਵੇਟਿਵ ਦਾ ਪਾਰਟ ਨਹੀਂ ਹੈ। ਤਾਂ ਪਾਰਟ ਕੌਣ ਹੈ ਡੈਰੀਵੇਟਿਵ ਦਾ? dt ਜਿੱਥੇ ਹੈ ਤਾਂ t ਵਾਲੇ ਫੰਕਸ਼ਨ ਨੂੰ ਆਪਾਂ ਇੰਟੀਗ੍ਰੇਟ ਕਰਾਂਗੇ। ਤਾਂ t ਵਾਲਾ ਫੰਕਸ਼ਨ ਕੌਣ ਆ? ਪੂਰਾ sin ωt। ਤਾਂ ਇੱਧਰ ਲਿਖਾਂਗੇ ਆਪਾਂ sin ωt dt। ਠੀਕ ਹੈ। ਤਾਂ ਜੇ ਹੁਣ sin ωt ਦੀ ਇੰਟੀਗ੍ਰੇਸ਼ਨ ਤੁਸੀਂ ਕਰਨੀ ਆ, ਤੁਹਾਨੂੰ ਪਤਾ ਹੋਣੀ ਚਾਹੀਦੀ ਆ ਇਹ sin ωt ਦੀ ਇੰਟੀਗ੍ਰੇਸ਼ਨ ਮੈਂ ਇੱਧਰ ਦਿਖਾਉਣਾਗਾ। sin ωt dt ਇਹਦੀ ਇੰਟੀਗ੍ਰੇਸ਼ਨ ਹੁੰਦੀ ਆ -cos ωt upon ω, ਜਾਨੀ ਕਿ ਸਾइन ਦਾ ਆਪੋਜ਼ਿਟ, ਜਾਨੀ ਕਿ ਡੈਰੀਵੇਟਿਵ ਦੇ ਕੇਸ ਦੇ ਵਿੱਚ ਉਲਟ ਹੁੰਦਾ। ਸਾइन ਦਾ ਬਣੂਗਾ cos ਹੀ, ਪਰ ਮਾਈਨਸ cos। ਦੂਜੀ ਗੱਲ, ਜੇ ਆਪਾਂ ਇੰਟੀਗ੍ਰੇਸ਼ਨ ਕਰਦੇ ਆ ਤਾਂ ω ਡਿਵਾਈਡ ਹੁੰਦਾ, ਜੇ ਆਪਾਂ ਡੈਰੀਵੇਟਿਵ ਕਰਦੇ ਆ ਤਾਂ ω ਮਲਟੀਪਲਾਈ ਹੁੰਦਾ। ਮੈਂ ਉਹ ਚਾਰੇ ਵੈਲਿਊ ਲਿਖ ਦਿੰਦਾ ਇੱਧਰ ਤਾਂ ਕਿ ਤੁਹਾਨੂੰ ਯਾਦ ਰਵੇ। ਇਸੇ ਤਰ੍ਹਾਂ cos ωt, ਜੇ cos ωt ਦੀ ਇੰਟੀਗ੍ਰੇਸ਼ਨ ਤੁਸੀਂ ਕਰੋ ਤਾਂ ਉਹ ਪਲੱਸ sin ωt upon ω ਆਊਗੀ। ਠੀਕ ਹੈ, ਇਹ ਤਾਂ ਇੰਟੀਗ੍ਰੇਸ਼ਨ ਦੇ ਫਾਰਮੂਲੇ ਸੀ। ਜੇ ਆਪਾਂ ਡੈਰੀਵੇਟਿਵ ਕਰਨਾ ਹੋਵੇ sin ωt ਦਾ ਵਿਦ ਰਿਸਪੈਕਟ ਟੂ dt ਤਾਂ ਇਹ ਬਣ ਜਾਂਦਾ ਹੁੰਦਾ ਹੈਗਾ ਪਲੱਸ cos ωt ਇਨਟੂ ω, ਤਾਂ ਇੱਥੇ ω ਮਲਟੀਪਲਾਈ ਹੋ ਜਾਂਦਾ। ਇਸੇ ਤਰ੍ਹਾਂ ਡੈਰੀਵੇਟਿਵ ਕਰਨਾ ਹੁੰਦਾ ਜੇ cos ωt ਦਾ ਵਿਦ dt ਤਾਂ ਉਹ ਬਣ ਜਾਂਦਾ -ω sin ωt। ਇਹ ਫਾਰਮੂਲੇ ਤੁਹਾਨੂੰ ਯਾਦ ਰੱਖਣੇ ਪੈਣੇ ਆ। ਠੀਕ ਹੈ, ਡਜ਼ਨਟ ਮੈਟਰ ਤੁਸੀਂ ਮੈਡੀਕਲ ਚੋਂ, ਡਜ਼ਨਟ ਮੈਟਰ ਤੁਸੀਂ ਨਾਨ ਮੈਡੀਕਲ ਚੋਂ, ਇਹ ਜ਼ਰੂਰ ਯਾਦ ਰੱਖਣੇ ਅਸੀਂ। ਇਹ ਫਾਰਮੂਲੇ ਹੁਣ ਅਪਲਾਈ ਕਰਨ ਦੀ ਲੋੜ ਆ। ਤੁਸੀਂ ਦੇਖੋ ਇੱਥੇ sin ωt dt ਆ, ਤਾਂ ਆਪਾਂ ਕਿਹਦੀ ਇੰਟੀਗ੍ਰੇਸ਼ਨ ਕਰ ਰਹੇ ਆ? ਆਪਾਂ ਇੰਟੀਗ੍ਰੇਸ਼ਨ ਕਰ ਰਹੇ ਆ sin ωt dt ਦੀ। ਤਾਂ sin ωt dt ਦੀ ਇੰਟੀਗ੍ਰੇਸ਼ਨ ਕੀ ਆ? ਆ ਪਿਆ ਫਾਰਮੂਲਾ -cos ωt upon ω। ਤਾਂ ਇਹਨੂੰ ਮੈਂ ਇੱਥੇ ਲਿਖੂੰਗਾ E0 upon L -cos ωt upon ω। ਠੀਕ ਹੈ, ਹੁਣ ਮਾਈਨਸ ਸਾਈਨ ਅੱਗੇ ਲਿਖ ਦਾਂਗੇ ਫਿਲਹਾਲ, ਤੇ ω ਇਹਦੇ ਨਾਲ ਮਲਟੀਪਲਾਈ ਕਰ ਦਾਂਗੇ। ਇਧਰੋਂ ਆ ਗਿਆ I, ਕਲਿੱਕ ਕਰਿਓ ਉਹਨੂੰ, ਫਿਰ ਮੈਂ ਸਪੇਸ ਨਹੀਂ ਹੈਗੀ ਮੇਰੇ ਕੋਲ ਲਿਖਣ ਲਈ। ਤਾਂ I ਦੀ ਵੈਲਿਊ ਆ ਗਈ ਆਪਣੇ ਕੋਲ -E0 upon ω/L cos ωt। ਠੀਕ ਹੈ, ਹੁਣ ਇੱਥੋਂ ਆਪਾਂ ਇੱਕ ਰੂਲ ਸਮਝਣਾ, ਉਹ ਕੀ ਆ? ਪਹਿਲਾਂ ਤਾਂ ਦੇਖੋ E0 upon ω/L। E0 ਕੌਣ ਆ? ਵੋਲਟੇਜ। ਤੇ ਜੇ ਵੋਲਟੇਜ ਨੂੰ ਆਪਾਂ ਕਰੰਟ ਕਿਸੇ ਵੈਲਿਊ ਨਾਲ ਡਿਵਾਈਡ ਕਰ ਦਿੰਦੇ ਆ, ਵੋਲਟੇਜ ਨੂੰ ਕਿਸੇ ਵੀ ਵੈਲਿਊ ਨਾਲ ਡਿਵਾਈਡ ਕੀਤਾ ਹੋਵੇ ਤਾਂ ਉਹ ਰੈਜ਼ਿਸਟੈਂਸ ਨਾਲ ਡਿਵਾਈਡ ਕੀਤਾ ਜਾ ਸਕਦਾ। ਵੋਲਟੇਜ ਨੂੰ ਹੋਰ ਕਿਸੇ ਨਾਲ ਡਿਵਾਈਡ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਆਪਾਂ ਇਧਰੋਂ I ਰੱਖਿਆ ਹੋਇਆ ਕਰੰਟ ਨੂੰ। ਤਾਂ ਜੇ ਕਰੰਟ ਨੂੰ ਸੋਲਵ ਕਰ ਰਹੇ ਹੋ ਤਾਂ ਇਧਰਲੀ ਸਾਈਡ ਤੇ ਵੀ ਕਰੰਟ ਦੀ ਵੈਲਿਊ ਆਉਣੀ ਚਾਹੀਦੀ ਆ। ਤੁਸੀਂ ਇਹ ਕਹਿ ਲਓ ਵੀ ਜੇ ਲੈਫਟ ਹੈਂਡ ਸਾਈਡ ਤੇ ਕਰੰਟ ਆ ਤਾਂ ਰਾਈਟ ਹੈਂਡ ਸਾਈਡ ਤੇ ਵੀ ਕਰੰਟ ਹੀ ਹੋਣਾ ਚਾਹੀਦਾ, ਕਿਉਂਕਿ ਯੂਨਿਟ +1 ਦੇ ਵਿੱਚ ਯੂਨਿਟ ਐਂਡ ਡਾਇਮੈਂਸ਼ਨ ਵਾਲਾ ਟੌਪਿਕ ਪੜਿਆ ਹੋ ਤੁਸੀਂ। ਜੇ ਲੈਫਟ ਹੈਂਡ ਸਾਈਡ ਤੇ ਫੋਰਸ ਆ ਤਾਂ ਰਾਈਟ ਹੈਂਡ ਸਾਈਡ ਦੀਆਂ ਡਾਇਮੈਂਸ਼ਨ ਵੀ ਫੋਰਸ ਦੇ ਬਰਾਬਰ ਹੋਣੀਆਂ ਚਾਹੀਦੀਆਂ ਸੀ, ਯਾਦ ਆ? ਜੇ ਵਰਕ ਡਨ ਆ ਲੈਫਟ ਹੈਂਡ ਸਾਈਡ ਤੇ ਤਾਂ ਰਾਈਟ ਹੈਂਡ ਸਾਈਡ ਤੇ ਵੀ ਵਰਕ ਡਨ ਦੀਆਂ ਹੀ ਡਾਇਮੈਂਸ਼ਨ ਬਣਨੀਆਂ ਚਾਹੀਦੀਆਂ ਸੀ, ਕਿਉਂਕਿ ਤਾਂ ਹੀ ਫਾਰਮੂਲਾ ਕਰੈਕਟ ਹੁੰਦਾਗਾ। ਉਹੀ ਇੱਥੇ ਅਪਲਾਈ ਕਰਨਾ। ਤਾਂ ਜੇ ਲੈਫਟ ਹੈਂਡ ਸਾਈਡ ਤੇ I ਆ ਤਾਂ ਰਾਈਟ ਹੈਂਡ ਸਾਈਡ ਤੇ ਵੀ ਕੀ ਬਣਨਾ ਚਾਹੀਦਾ? I ਬਣਨਾ ਚਾਹੀਦਾ। ਤਾਂ ਹੁਣ I ਬਣਨ ਲਈ ਕੌਣ ਕੌਣ ਆ ਸਾਡੇ ਕੋਲ? cos ਤਾਂ ਹੁਣ I ਬਣਾ ਨਹੀਂ ਸਕਦਾ, cos ਤਾਂ ਟ੍ਰਿਗਨੋਮੈਟ੍ਰਿਕ ਫੰਕਸ਼ਨ ਆ ਤੇ cos ਦੀ ਕੋਈ ਡਾਇਮੈਂਸ਼ਨ ਨਹੀਂ ਹੁੰਦੀ, ਯਾਦ ਕਰੋ, ਤੁਹਾਨੂੰ +1 ਚ ਸਿਖਾਇਆ ਗਿਆ। ਡਾਇਮੈਂਸ਼ਨਲੈਸ ਕੁਆਂਟੀਟੀ ਹੈ। ਠੀਕ ਹੈ, ਦੈਟ ਮੀਨਸ E ਤੇ ਆਹ ਵੈਲਿਊ ਜਿਹੜੀਆਂ ਰਹਿ ਗਈਆਂ ਇਹੀ ਕਰੰਟ ਬਣਾਉਣਗੀਆਂ। ਤਾਂ ਇਹ ਵੈਲਿਊ ਨੂੰ ਮੈਂ -I0 ਲਿਖ ਦੂੰਗਾ। ਕਿਉਂ? ਕਿਉਂਕਿ E0 ਪੀਕ ਵੈਲਿਊ ਆ, ਤਾਂ ਪੀਕ ਵੈਲਿਊ ਤੋਂ ਸਾਨੂੰ ਪੀਕ ਕਰੰਟ ਮਿਲੂਗਾ। ਇਸ ਕਰਕੇ E0 upon ω/L ਨੂੰ I0 ਲਿਖਿਆ ਤੇ cos ωt ਨਾਲ ਆ ਗਿਆ। ਓਕੇ, ਇਹਦੇ ਵਿੱਚੋਂ ਜਿਹੜੀ ਇੱਕ ਗੱਲ ਆਪਾਂ ਇੱਥੇ ਦੋ ਗੱਲਾਂ ਸਿੱਖਣੀਆਂ ਨੇ। ω/L ਜਿਹੜੀ ਆ ਉਹਨੂੰ ਅਸੀਂ XL ਨਾਲ ਰਿਪਰੈਜ਼ੈਂਟ ਕਰਾਂਗੇ, ਕਿਉਂਕਿ ਇਹ ਆਪਣੇ ਆਪ 'ਚ ਰੈਜ਼ਿਸਟੈਂਸ ਆ। ਠੀਕ ਹੈ, ਤੇ ਜਿਹੜੀ ਇਹ ਰੈਜ਼ਿਸਟੈਂਸ ਆ ਉਹਨੂੰ ਅਸੀਂ ਨਾਮ ਕੀ ਦਿੱਤਾਗਾ? ਇੰਡਕਟਿਵ
रिएक्टेंस मतलब ਜਿਹੜੀ ਇੰਡਕਟਰ ਨੇ ਆਪੋਜੀਸ਼ਨ ਦਿੱਤੀ। ਤਾਂ ਯਾਦ ਕਰੋ ਜਦੋਂ ਕਰੰਟ ਉਸ ਕੋਇਲ 'ਚ ਵਧਿਆ ਹੋਣਾਗਾ ਤਾਂ ਕੋਇਲ ਨੇ ਸੈਲਫ ਇੰਡਕਟੈਂਸ ਕਰਕੇ ਉਹਨੂੰ ਰੋਕਿਆ ਹੋਣਾ। ਤਾਂ ਜੇ ਕਰੰਟ ਨੂੰ ਰੋਕਣ ਵਾਲਾ ਕੋਈ ਫੈਕਟਰ ਮਿਲਦਾ ਅਸੀਂ ਉਹਨੂੰ ਰੈਜ਼ਿਸਟੈਂਸ ਕਹਿੰਦੇ ਆ, ਯਾਦ ਕਰੋ, ਰਾਈਟ। ਤਾਂ ਇੰਡਕਟਿਵ मतलब ਇੰਡਕਟਰ ਦੀ, ਰਿਐਕਟੈਂਸ ਦਾ मतलब ਆ ਆਪੋਜੀਸ਼ਨ। ਤਾਂ ਇੰਡਕਟਰ ਦੀ ਆਪੋਜੀਸ਼ਨ ਨੂੰ ਆਪਾਂ ਇੰਡਕਟਿਵ ਰਿਐਕਟੈਂਸ ਕਹਿੰਦੇ ਆ ਤੇ ਇਹ ਰੈਜ਼ਿਸਟੈਂਸ ਦਾ ਕੰਮ ਕਰੂਗੀ। ਇਸ ਕਰਕੇ ਇਹਦੀ ਯੂਨਿਟ ਜਿਹੜੀ ਆ ਉਹ ਓਮ ਹੋਊਗੀ, ਜੋ ਆਪਣੇ ਕੋਲ ਰੈਜ਼ਿਸਟੈਂਸ ਦੀ ਯੂਨਿਟ ਆ, ਇਹ ਯਾਦ ਰੱਖਣਾ, ਠੀਕ ਹੈ। ਤਾਂ XL ਦੀ ਵੈਲਿਊ ਕਿੰਨੀ ਹੋਗੀ, ਓਮੇਗਾ L। ਓਕੇ, ਇੱਕ ਗੱਲ ਤਾਂ ਇਹ ਬਾਅਦ ਚੋਂ ਆਪਾਂ ਯੂਜ਼ ਕਰਾਂਗੇ। ਦੂਜੀ ਗੱਲ ਜਿਹੜੀ ਇਹ I ਦੀ ਵੈਲਿਊ ਆਈ ਆ ਇਹ ਹੁਣ ਹੈਗੀ ਆ -I0 cos ਓਮੇਗਾ T। ਜੇ ਤੁਸੀਂ ਦੇਖੋ E ਦੀ ਵੈਲਿਊ ਜਿਹੜੀ ਸੀ ਉਹ ਸੀਗੀ E0 sin ਓਮੇਗਾ T। ਹੁਣ ਇਹਨਾਂ ਦੋਨਾਂ ਨੂੰ ਕੰਪੇਅਰ ਕਰਨਾ ਅਗੇਨ ਤਾਂ ਕਿ ਆਪਾਂ ਫੇਜ਼ਰ ਡਾਇਗਰਾਮ ਦੱਸ ਸਕੀਏ। ਹੁਣ ਕੰਪੇਅਰ ਕਰਨ ਦੇ ਲਈ ਇੱਕ ਰੂਲ ਆ ਵੀ ਜਾਂ ਤਾਂ ਦੋਨੋਂ ਸਾਈਨ ਦੇ ਹੋਣ ਜਾਂ ਦੋਨੋਂ cos ਦੇ ਹੋਣ। ਜੇ ਤੁਸੀਂ ਇਹ ਦੱਸਣਾਗਾ ਵੀ ਕਿੰਨੇ ਐਂਗਲ ਦਾ ਫਰਕ ਆ ਦੋਨਾਂ 'ਚ, ਵੈਸੇ ਦੋਨਾਂ 'ਚ ਕਨਫਰਮ ਆ ਵੀ ਸਾਈਨ ਤੇ cos ਦੇ ਵਿੱਚ ਕਿੰਨੇ ਦਾ ਫਰਕ ਹੁੰਦਾਗਾ, ਤਾਂ ਤੁਸੀਂ ਇਹ ਦੱਸ ਸਕਦੇ ਹੋ sin 90 + θ cos θ ਹੁੰਦਾ ਜੇ ਮੈਥ ਦੇ ਵਿੱਚ ਪੜਿਆ ਹੋਇਆ। ਯਾਨੀ ਕਿ ਸਾਈਨ ਦੇ ਵਿੱਚ sin θ ਦੇ ਵਿੱਚ ਜੇ ਆਪਾਂ 90 ਐਡ ਕਰ ਦਈਏ ਤਾਂ ਉਹ cos ਬਣ ਜਾਂਦਾ, ਕਿਉਂਕਿ sin 90 + θ ਦੇ ਨਾਲ cos ਦੀਆਂ ਵੈਲਿਊਜ਼ ਆਉਂਦੀਆਂ ਨੇ। ਜੇ cos 90 + θ ਕਰੀਏ ਤਾਂ ਉਸੇ ਤਰ੍ਹਾਂ sin ਦੀਆਂ ਵੈਲਿਊਜ਼ ਆਉਣਗੀਆਂ। ਹੁਣ ਜਿਹੜੀ ਗੱਲ ਇੱਥੇ ਆਉਣੀ ਆ ਇਹ ਹੈਗਾ sin ਓਮੇਗਾ T E, I ਹੈਗਾ cos ਓਮੇਗਾ T। ਤਾਂ ਇਹਦਾ ਮਤਲਬ ਕੰਪੇਅਰ ਨਹੀਂ ਹੋ ਰਿਹਾ ਕਿਉਂਕਿ ਇੱਕ cos ਤੇ ਡਿਪੈਂਡ ਕਰ ਰਿਹਾ, ਇੱਕ sin ਤੇ ਡਿਪੈਂਡ ਕਰ ਰਿਹਾ। ਸੋ ਇੱਕ ਤਾਂ ਇਹ ਹੈਗਾ ਵੀ ਤੁਸੀਂ ਇਹਨਾਂ ਦੇ ਵਿੱਚੋਂ ਦੋਨਾਂ ਨੂੰ ਇੱਕੋ ਹੀ ਟ੍ਰਿਗਨੋਮੈਟ੍ਰਿਕ ਫੰਕਸ਼ਨ ਬਣਾ ਦਿਓ, ਯਾਨੀ ਕਿ ਜਾਂ ਤਾਂ ਦੋਨਾਂ ਨੂੰ cos ਦੇ ਬਣਾ ਦਿਓ ਜਾਂ ਦੋਨਾਂ ਨੂੰ sin ਦੇ ਬਣਾ ਦਿਓ। ਹੁਣ E ਤਾਂ ਆਲਰੇਡੀ ਗਿਵਨ ਸੀ ਪਹਿਲਾਂ, ਕਿਉਂਕਿ ਆਪਾਂ ਸਟਾਰਟਿੰਗ ਦੇ ਵਿੱਚ E ਨੂੰ ਡਿਫਾਲਟ ਵੈਲਿਊ ਮੰਨ ਕੇ ਚੱਲੇ ਆ। ਸੋ ਚੇਂਜ ਕਿਹਨੂੰ ਕਰਾਂਗੇ ਆਪਾਂ, I ਨੂੰ। ਤਾਂ ਇਟ ਮੀਨਸ I ਦੇ ਵਿੱਚ ਜਿਹੜਾ cos ਓਮੇਗਾ T ਆ ਮੈਂ ਉਹਨੂੰ sin 'ਚ ਕਨਵਰਟ ਕਰੂੰਗਾ, ਠੀਕ ਹੈ। ਤਾਂ ਹੁਣ cos ਨੂੰ sin ਦੇ ਵਿੱਚ ਕਨਵਰਟ ਕਿਵੇਂ ਕਰਨਾ, ਤਾਂ cos ਨੂੰ sin ਦੇ ਵਿੱਚ ਕਨਵਰਟ ਕਰਨ ਲਈ cos ਜੇ ਤਾਂ 90 - θ ਦੀ ਆਪਾਂ ਗੱਲ ਕਰੀਏ, ਦੇਖੋ ਇਹ ਹੁੰਦਾ +sin θ, ਰਾਈਟ। ਜੇ ਇੱਧਰ ਮਾਈਨਸ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਇੱਧਰ ਵੀ ਮਾਈਨਸ ਆ ਜਾਊਗਾ। ਸੋ ਦੈਟ ਮੀਨਸ ਇਹਨੂੰ ਮਾਈਨਸ ਨੂੰ ਅੰਦਰ ਮਲਟੀਪਲਾਈ ਕਰ ਦੋ, ਉਲਟ ਲਿਖ ਦੋ, ਯਾਨੀ ਕਿ θ -90 ਤਾਂ ਲਿਖ ਸਕਦੇ ਆ ਨਾ। ਸੋ ਆਹ ਵੈਲਿਊ ਜੇ ਮੈਂ -cos ਨਾਲ ਲਿਖਣੀ ਹੋਵੇ, ਮਤਲਬ I want to replace -cos ਓਮੇਗਾ T into sin ਓਮੇਗਾ T। cos ਦੀ ਵੈਲਿਊ ਨੂੰ sin ਦੀ ਵੈਲਿਊ 'ਚ ਪਲੱਸ 'ਚ ਹੀ ਰੱਖਣਾਗਾ, ਪਰ cos ਮਾਈਨਸ 'ਚ ਆ, ਤਾਂ sin ਦੇ ਵਿੱਚ ਆਪਾਂ ਉਹਨੂੰ ਕਿਵੇਂ ਲਿਖ ਸਕਦੇ ਹਾਂ। ਤਾਂ ਇਹਦੇ ਲਈ ਜਿੱਥੇ 90 - θ ਲਿਖਿਆ, ਜੇ ਮੈਂ ਇਹਨੂੰ θ -90 ਲਿਖਦਾ ਤਾਂ ਆ ਅੱਗੇ ਮਾਈਨਸ ਲੱਗ ਜੂਗੀ। ਸੋ ਆ ਮਾਈਨਸ ਜਿਹੜਾਗਾ ਇਹਨੂੰ ਇਹਦੇ ਨਾਲ sin 'ਚ ਕਨਵਰਟ ਹੋ ਜਾਊਗਾ। ਸੋ -cos θ -90 ਮਤਲਬ ਕੀ ਆਗਾ, ਆਹ ਜਿਹੜੀ ਵੈਲਿਊ ਆ। ਸੋ ਕਨਫਿਊਜ਼ ਨਹੀਂ ਮੈਂ ਕਰਦਾ ਹੁਣ ਤੁਹਾਨੂੰ, ਮੈਂ ਆ ਵੈਲਿਊ ਇਰੇਜ਼ ਕਰ ਰਿਹਾ। ਮੈਂ ਸਿੰਪਲੀ ਲਿਖ ਰਿਹਾਗਾ ਵੀ ਜਿਹੜਾ -cos ਓਮੇਗਾ T ਆ, ਠੀਕ ਹੈ, ਉਹਨੂੰ ਆਪਾਂ sin ਓਮੇਗਾ T -90 ਲਿਖ ਸਕਦੇ ਆ ਤੇ ਉਹ ਪਲੱਸ ਚ ਆ ਜਾਊਗਾ। ਇਹ ਸਿਰਫ ਟ੍ਰਿਗਨੋਮੈਟ੍ਰਿਕ ਫਾਰਮੂਲਾ ਦਾ, ਫਿਜ਼ਿਕਸ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ, ਠੀਕ ਹੈ। ਫਿਜ਼ਿਕਸ ਦਾ ਇਹਦੇ ਕਨਵਰਜਨ ਦੇ ਵਿੱਚ ਕੋਈ ਰੋਲ ਨਹੀਂ, ਪਰ ਮੈਥ ਦੇ ਵਿੱਚ ਇਹਨੂੰ ਅਸੀਂ ਯੂਜ਼ ਕਰਦੇ ਆ। ਤਾਂ -cos ਓਮੇਗਾ T ਨੂੰ ਆਪਾਂ ਕੀ ਲਿਖ ਸਕਦੇ ਆ, sin ਓਮੇਗਾ T -π/2। ਓਕੇ, ਤਾਂ ਇਹ ਵੈਲਿਊ ਨੂੰ ਇੱਥੇ ਰਿਪਲੇਸ ਕਰਕੇ ਤਾਂ I ਕਿੰਨਾ ਆ ਜਾਊਗਾ। ਸੋ I ਵੁੱਡ ਬੀ I0, ਕਿਉਂਕਿ ਹੁਣ ਪਲੱਸ ਚ ਹੋ ਗਿਆ, ਕਿਉਂਕਿ ਮੈਂ -cos ਓਮੇਗਾ T ਨੂੰ sin ਲਿਖ ਰਿਹਾਗਾ। ਤਾਂ I0 sin ਓਮੇਗਾ T -π/2। ਤਾਂ ਹੁਣ ਤੁਸੀਂ ਦੇਖੋ E ਕਿਤੇ ਡਿਪੈਂਡ ਕਰ ਰਿਹਾ ਹੈਗਾ, sin ਓਮੇਗਾ T ਤੇ। I ਕਿਤੇ ਡਿਪੈਂਡ ਕਰ ਰਿਹਾ sin ਓਮੇਗਾ T -π/2, ਮਤਲਬ 90 ਡਿਗਰੀ ਨੈਗੇਟਿਵ ਚ। ਸੋ 90 ਡਿਗਰੀ ਨੈਗੇਟਿਵ ਦੇ ਵਿੱਚ I ਡਿਪੈਂਡ ਕਰ ਰਿਹਾ। 90 ਡਿਗਰੀ ਨੈਗੇਟਿਵ ਨੂੰ ਫਿਜ਼ਿਕਸ 'ਚ ਕਿਵੇਂ ਪੜ੍ਹਨਾ, 90 ਡਿਗਰੀ ਨੈਗੇਟਿਵ ਦਾ ਮਤਲਬ ਆ ਵੀ ਕਰੰਟ ਪਿੱਛੇ ਚੱਲ ਰਿਹਾ, ਮਾਈਨਸ ਦਾ ਮਤਲਬ ਆ ਪਿੱਛੇ, ਤਾਂ ਆਪੋਜ਼ਿਟ ਹੋਊਗਾ। ਮਤਲਬ ਤੁਹਾਨੂੰ ਕੱਲ ਵੀ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ, ਜੇ ਤੁਹਾਡੇ ਯਾਦ ਹੋਵੇ,
ਵੀ ਜਦੋਂ ਆਪਾਂ ਟਿਊਬ ਔਨ ਕਰਦੇ ਆ, ਹੁਣ ਤੁਸੀਂ ਦੇਖੋ ਟਿਊਬ ਔਨ ਕਰਨ ਲੱਗੇ ਉਹ ਫਲਕਚੁਏਟ ਕਰਦੀ ਆ ਇਸ ਤਰ੍ਹਾਂ, ਰਾਈਟ। ਹੁਣ ਕੁਐਸਚਨ ਆ ਵੀ ਉਹ ਫਲਕਚੁਏਟ ਕਿਉਂ ਕਰਦੀ ਆ। ਆਪਾਂ ਇਸ ਚੀਜ਼ ਦਾ ਆਨਸਰ ਕੱਲ ਨਹੀਂ ਸੀ ਦਿੱਤਾ, ਸਿਰਫ ਇਹ ਦੱਸਿਆ ਸੀ ਵੀ ਕੋਇਲ ਦਾ ਬਿਹੇਵੀਅਰ ਕੀ ਹੋਊਗਾ। ਹੁਣ ਜਦੋਂ ਤੁਸੀਂ ਸੋਰਸ ਤੁਹਾਡੇ ਕੋਲ ਤੁਸੀਂ ਘਰੋਂ ਔਨ ਕੀਤੀ ਸਵਿਚ, ਤਾਂ ਜਦੋਂ ਆਪਾਂ ਸਵਿਚ ਔਨ ਕੀਤੀ ਵਾਟ ਡਸ ਇਟ ਮੀਨ, ਆਪਾਂ ਉਹਨੂੰ ਅਲਟਰਨੇਟਿੰਗ ਕਰੰਟ ਦਿੱਤਾ, ਕਿਉਂਕਿ ਸਾਡੇ ਘਰਾਂ 'ਚ ਤਾਂ ਏਸੀ ਆ, ਬੈਟਰੀ ਨਾਲ ਤਾਂ ਆਪਾਂ ਕੋਈ ਕਨੈਕਸ਼ਨ ਨਹੀਂ ਕੀਤਾ ਹੋਇਆ। ਜਦੋਂ ਆਪਾਂ ਸਵਿਚ ਔਨ ਕੀਤੀ ਅਸੀਂ ਉਹਨੂੰ ਏਸੀ ਆਫਰ ਕੀਤਾ, ਤਾਂ ਅਸੀਂ ਉਹਨੂੰ ਕਿਹਨੂੰ ਆਫਰ ਕੀਤਾ, ਅਸੀਂ ਉਹਨੂੰ ਆਫਰ ਕੀਤਾਗਾ E = E0 sin omega t, ਕਿਉਂਕਿ ਆਪਾਂ ਨੂੰ ਵੋਲਟੇਜ ਦਿੱਤੀ ਆ। ਓਕੇ, ਜਦੋਂ ਉਹਦੇ ਕੋਲ ਵੋਲਟੇਜ ਗਈ ਕੀ ਉਹਨੇ ਰਾਈਟ ਵੇ ਉਹਨੂੰ ਐਕਸੈਪਟ ਕਰ ਲਿਆ, ਤਾਂ ਆਨਸਰ ਆ ਨਹੀਂ। ਕਿਉਂ? ਕਿਉਂਕਿ I ਜਦੋਂ ਚੋਂ ਫਲੋ ਕਰੂਗਾ ਟਿਊਬ ਦੇ ਵਿੱਚੋਂ ਤਾਂ ਕੋਇਲ ਦੇ ਵਿੱਚੋਂ ਲੰਘ ਕੇ ਜਾਊਗਾ, ਪਹਿਲਾਂ ਕੋਇਲ 'ਚ ਜਾਂਦਾਗਾ ਫਿਰ ਟਿਊਬ 'ਚ ਜਾਂਦਾਗਾ। ਸੋ ਜੇ ਕੋਇਲ 'ਚ ਜਾਂਦਾਗਾ ਉਹ ਵਾਟ ਡਸ ਇਟ ਮੀਨ, ਤਾਂ ਉਹ 90 ਡਿਗਰੀ ਲੈਗ ਕਰ ਜਾਂਦਾ, ਪਿੱਛੇ ਰਹਿ ਜਾਂਦਾ। ਮਤਲਬ ਜੇ ਵੋਲਟੇਜ ਆਈ ਆ ਕਰੰਟ ਰੁਕੂਗਾ, ਵੋਲਟੇਜ ਨਹੀਂ ਆਈ करंट आऊगा। वोल्टेज 0 करंट मैक्सिमम, करंट 0 वोल्टेज मैक्सिमम, उल्ट होगा। तो इनू आपां कहने आ भी एक तो असीं वर्ड यूज करांगे लैग्स बिहाइंड, दूजा वर्ड असीं यूज करांगे भी जिहड़ी करंट आगा, ठीक है, ओह इन ऑपोजिट फेज होगा। तो करंट लैग कर गया, पहला तो की तो लैग कर गया, पिछे रह गया की तो, वोल्टेज तो। ओके, कितना पिछे रह गया 90 डिग्री। तो आप की कहांगे करंट लैग्स बिहाइंड द वोल्टेज बाय ए फेज एंगल ऑफ कितना π/2। ठीक है। दूजी गल, आर दे इन फेज, नो, क्योंकि एक वैल्यू प्लस च आ रही है, दूजी वैल्यू एक वैल्यू साइन च आ रही है, दूजी कॉस च आ रही है। ਤਾਂ ਸਾਈਨ ਤੇ ਕਾਸ ਦਾ ਗ੍ਰਾਫ ਕਦੇ ਸੇਮ ਨਹੀਂ ਹੈਗੇ। ਇੱਕ ਵੈਲਿਊ ਜੇ 0 ਆ ਸਾਈਨ ਦੀ, ਤਾਂ ਉਸ ਟਾਈਮ ਕਾਸ ਦੀ ਵੈਲਿਊ 1 ਆ। ਥੀਟਾ ਦੀ ਵੈਲਿਊ 0 ਤੇ ਸਾਈਨ 0 ਆ, ਪਰ ਕਾਸ ਥੀਟਾ ਦੀ ਵੈਲਿਊ 0 ਤੇ 1 ਆ। ਤਾਂ ਜੇ ਇੱਕ ਵੈਲਿਊ ਯੈਸ ਆ, ਦੂਜੀ ਵੈਲਿਊ ਉਸ ਟਾਈਮ ਨੋ ਆ। ਇੱਕ ਵੈਲਿਊ ਹਾਈ ਆ, ਦੂਜੀ ਵੈਲਿਊ ਉਸ ਟਾਈਮ 0 ਨੋ ਮਤਲਬ ਲੋ ਆ ਗਈ। ਇੱਕ ਵੈਲਿਊ 1 ਆ, ਦੂਜੀ ਵੈਲਿਊ ਉਸ ਟਾਈਮ 0 ਆ। ਕੁਝ ਪੱਲੇ ਪਈ ਗੱਲ ਸਮਝ ਆਈ? ਤਾਂ ਇਸ ਕਰਕੇ ਕਰੰਟ ਜਿਹੜਾ ਗਾ ਉਹ ਲੈਗ ਕਰ ਗਿਆ ਇਨ ਕੇਸ ਜੇ ਆਪਾਂ ਕੱਲੇ ਅਲਟਰਨੇਟਿੰਗ ਕਰੰਟ ਸੋਰਸ ਦੇ ਨਾਲ ਇੰਡਕਟਰ ਕੋਇਲ ਨੂੰ ਕਨੈਕਟ ਕਰਦੇ ਹਾਂ। ਠੀਕ ਹੈ ਨਾ। ਤਾਂ ਇਹ ਜਦੋਂ ਕਰਨਾ ਗਾ, ਹੁਣ ਤੁਸੀਂ ਲਰਨ ਕੀਤਾ ਤਾਂ ਪਹਿਲਾਂ ਵੀ ਹੋਣਾਗਾ, ਨੋ ਡਾਊਟ ਪੜਿਆ ਹੋਣਾ ਪਹਿਲਾਂ ਇਹ। ਠੀਕ ਹੈ, ਤੁਸੀਂ ਇਹਨੂੰ ਪਹਿਲਾਂ ਕਲਿੱਕ ਕਰੋ, ਇੱਕ ਮਿੰਟ ਲਈ ਮੈਂ ਗ੍ਰਾਫ ਵੀ ਬਣਾ ਦਿੰਦਾ। तो सब तो पहला देखो, सब तो पहला किहदा ग्राफ बनाउणा आपां E दा ग्राफ बनावांगे, क्योंकि असीं पहला किहनूं ऑफर कीतागा, असीं पहला वोल्टेज नूं ऑफर कीता। तां वोल्टेज दा ग्राफ उवें बनूगा। ठीक है, 0 T/4 T/2 3T/4 ਤੇ ਉਹ T। ਹੁਣ ਤੁਸੀਂ ਇਹਦੇ ਨਾਲ ਦੇਖੋ ਜੇ ਤਾਂ ਇਹਦੇ ਨਾਲ cos ਦਾ ਗ੍ਰਾਫ ਕਿਵੇਂ ਬਣੂਗਾ। ਤਾਂ cos ਦਾ ਪਹਿਲਾਂ ਤਾਂ ਦੇਖੋ cos ਦਾ ਗ੍ਰਾਫ ਕੀ ਸੀਗਾ, ਤਾਂ ਮੈਂ ਇੱਥੇ ਲਿਖ ਰਿਹਾ E ਦੀ ਵੈਲਿਊ ਤਾਂ ਸੀਗੀ E0 sin omega t, ਪਰ ਜਿਹੜਾ ਸਾਡਾ ਪ੍ਰੂਫ ਆ ਉਹਦੇ ਵਿੱਚ I ਦੀ ਵੈਲਿਊ ਆਈ ਸੀ -I0 cos omega t। ਤਾਂ ਗ੍ਰਾਫ ਆਪਾਂ ਇੱਥੋਂ ਹੀ ਬਣਾਉਣੇ ਆ। ਗ੍ਰਾਫ ਦੇ ਵਿੱਚ 90 omega t -π/2 ਨਹੀਂ ਯੂਜ਼ ਕਰਨਾ, ਕਿਉਂਕਿ ਗ੍ਰਾਫ ਤਾਂ ਸਾਨੂੰ cos ਤੇ sin ਤੋਂ ਹੀ ਪਤਾ ਲੱਗਣੇ ਨੇ। ਤਾਂ I ਦਾ ਗ੍ਰਾਫ ਕੀ ਆ -cos omega t। ਜੇ ਹੁਣ ਤੁਹਾਨੂੰ ਸਕਰੀਨਸ਼ਾਟ ਲਿਆ ਹੋਊਗਾ ਤੁਸੀਂ ਉਹ, ਤਾਂ -cos ਦੀ ਵੈਲਿਊ ਕਿੱਧਰ ਨੂੰ ਸ਼ੁਰੂ ਹੁੰਦੀ ਸੀਗੀ, -cos ਦੀ ਵੈਲਿਊ ਇੱਧਰੋਂ ਸ਼ੁਰੂ ਹੁੰਦੀ ਆ, ਰਾਈਟ। ਤਾਂ ਇੱਥੋਂ ਉਹ ਵੈਲਿਊ ਸ਼ੁਰੂ ਹੋਊਗੀ ਕਿਤੋਂ ਵੀ, ਤਾਂ ਇੱਥੋਂ ਚੱਲ ਕੇ ਆਏ ਜਾਊਗੀ ਵੈਲਿਊ। ਸੋ ਇਹ ਹੈਗਾ E,
ये हैगा गा आई। ठीक है, तो इंडक्टर के इत्थे लिख रहा मैं हुण, इन केस ऑफ एल की होगा, ई एंड आई आर आउट ऑफ फेज। ठीक है, आउट ऑफ फेज ने, द करंट lags behind the voltage by a phase angle of pi by 2। ठीक है, क्लिक करो इनू ते नाल इहदे मैं थोनू ਉਹ ਦੂਜਾ ਗ੍ਰਾਫ भी बनाता ਜਿਹੜਾ ਲੀਨੀਅਰ ਲਾਈਨ ਵਾਲਾ ਗਾ, ओमेगा टी वाला। तो देखो जे हुण आपां ग्राफ बनाउणा होवे ਉਹ वाला, ई इधर नूं ही आ, क्यों? बिकॉज वो तो ओमेगा टी ते डिपेंड कर रही है, राइट। आई किधर नूं आ, तो जे हुण तुसीं ध्यान नाल देखो, आई जिहड़ा गा ਉਹ पाई बाई 2 ओमेगा दे विच, ओमेगा टी दे विचों पाई बाई 2 घटा के आ, ते दूजी गल ਉਹ नैगेटिव आ। ਤਾਂ ਪਹਿਲੀ ਗੱਲ ਉਹ ਇਹਦੇ ਨਾਲ ਮਾਈਨਸ ਤੇ ਆਗਾ ਪਰਪੈਂਡੀਕੂਲਰਲੀ, ਤਾਂ ਇਧਰ ਨੂੰ ਆਊਗਾ, ਸੋ ਇਧਰ ਆਈ ਆਊਗਾ, ਤੇ ਆ ਐਂਗਲ ਟੋਟਲ ਬਣ ਗਿਆ ਪਾਈ ਬਾਈ 2, ਕਿਉਂਕਿ 90 ਡਿਗਰੀ ਤੇ ਹੋਣਗੇ। ਤੇ ਜੇ ਆ ਐਂਗਲ ਦੀ ਗੱਲ ਕਰੀਏ ਆਪਾਂ, ਇਹ ਕਿੰਨਾ ਬਣ ਜਾਊਗਾ, ਓਮੇਗਾ ਟੀ ਸੌਰੀ ਪਾਈ ਬਾਈ 2 ਮਾਈਨਸ ਓਮੇਗਾ ਟੀ। ਠੀਕ ਹੈ, ਤੇ ਇਹ ਐਂਗਲ ਉਲਟ ਲਿਖਾਂਗੇ, ਉਲਟਾ ਆਪਾਂ, ਪਰ ਆਈ ਤੇ ਈ ਦੇ ਵਿੱਚ ਜਿਹੜਾ ਗ੍ਰਾਫ ਆ ਉਹ ਇਸ ਤਰ੍ਹਾਂ ਬਣੂਗਾ। ਸੋ ਈ ਇਧਰ ਨੂੰ, आई इधर नूं, ते उन्हां दोनों दे विच एंगल 90 डिग्री आ, ते जिहड़ा कल्ला आ एंगल आ वाला एंगल जिथे मेरियां फिंगर्स ने, ये एंगल 90 माइनस ओमेगा टी होगा, क्योंकि पाई बाई 2 टोटल एंगल आ, वो चो ओमेगा टी ऊपर चला गया तो 90 माइनस ओमेगा टी। ठीक है, ये एंगल नूं रिप्रेजेंट करने की लोड़ नहीं, क्योंकि 3 एंगल बन जाएंगे, तुसीं कन्फ्यूज ही होना उहदे नाल, होर कोई हल नहीं होना। समझ लगी गल, खुलिया दिमाग कुछ? ਤੁਸੀਂ ਇਹ ਦੇਖੋ ਵੀ ਇਹ ਚੀਜ਼ਾਂ ਸਾਨੂੰ ਤਾਂ ਹੀ ਪੋਸੀਬਲ ਸੀ ਬੇਟੇ ਜੇ ਆਪਾਂ, ਤੁਸੀਂ ਇਹ ਸਮਝੋ ਵੀ ਜੇ ਆਪਾਂ ਗ੍ਰਾਫ ਕੀਤੇ ਹੁੰਦੇ। ਤਾਂ ਮੈਂ ਹੁਣ ਇਹਨੂੰ ਟੌਪਿਕ ਨੂੰ ਅੱਜ ਬੰਦ ਕਰਦਾ ਇੱਥੇ। ਮੈਂ ਚਾਹਣਾਗਾ ਵੀ ਤੁਸੀਂ ਜਿੰਨਾ ਮੈਂ ਕਰਵਾਇਆ ਪਹਿਲਾਂ ਉਹਨੂੰ ਗੋ ਥਰੂ ਹੋ ਜਾਓ, ਉਹਨੂੰ ਪੜ੍ਹ ਲਓ। ਠੀਕ ਹੈ, ਕੱਲ ਨੂੰ ਆਪਾਂ ਇਹ ਚੈਪਟਰ ਖਤਮ ਕਰਨ ਵਾਲੇ ਬਣਾਂਗੇ, ਕੱਲ ਨੂੰ ਈਜ਼ੀਲੀ ਆਪਣਾ ਹੋ ਜੂ, ਕਿਉਂਕਿ ਅੱਜ ਗ੍ਰਾਫ ਦੇ ਉੱਪਰ ਜਿਹੜਾ ਟਾਈਮ ਲੱਗਿਆ ਉਹ ਕੱਲ ਨੂੰ ਨਹੀਂ ਲੱਗਣਾ। ਤਾਂ ਤੁਸੀਂ ਕੱਲ ਨੂੰ ਲਰਨ ਕਰਕੇ ਆਉਣਾਗਾ ਵੀ ਜਿਹੜੇ ਗ੍ਰਾਫ ਨੇ ਖੁਦ ਬਣਾ ਕੇ ਦੇਖਣੇ ਆ ਪੁੱਤ ਬਣ ਕੇ। ਤੁਸੀਂ ਬਹੁਤ ਮਿਹਨਤੀ ਬੱਚੇ ਹੋ, ਹੁਣ ਹੀ ਬਹਿ ਕੇ ਪ੍ਰਸ਼ਾਦੇ ਪਾਣੀ ਛਕ ਲਓ, ਅੱਧੇ ਘੰਟੇ ਨੂੰ ਬਹਿ ਕੇ ਆਪਣਾ ਆ ਗ੍ਰਾਫ ਜਿਹੜੇ ਨੇ, ਸਾਈਨ ਦਾ ਗ੍ਰਾਫ, ਕੌਸ ਦਾ ਗ੍ਰਾਫ, ਰੀਡਿੰਗ ਖੁਦ ਪੁੱਟ ਕਰਕੇ ਸੋਲਵ ਕਰਕੇ ਦੇਖ ਲਿਓ, ਕਿਉਂਕਿ ਜਿਹੜੀ ਹੁਣ ਮਿਹਨਤ ਆ ਉਹ ਤੁਹਾਡੇ ਕੰਮ ਆਊਗੀ। ਫਿਰ ਅੱਗੇ ਜਦੋਂ ਤੁਸੀਂ ਮਤਲਬ ਜਾਓਗੇ ਆਪਣਾ ਪੇਪਰ ਦੇਣ ਦੀ, ਪੇਪਰ ਦੇ ਵੇਲੇ ਜਾਓਗੇ